ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਸਦਕਾ ਜੋ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ। ਆਤ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ, ਜਿਨ੍ਹਾਂ ਦੁਆਰਾ ਰਚਿਤ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਪ੍ਰਸੰਗ, ਜੋ 59ਵੇਂ ਅਧਿਆਏ ਦੀ ਕੱਲ ਆਪਾਂ ਲੜੀ ਤਹਿਤ ਕਥਾ ਵਿਚਾਰ ਸਰਵਣ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਔਰ ਅਤ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਨੇ ਅਕਾਲ ਚਲਾਣੇ ਦੇ ਆਪਾਂ ਕੱਲ ਸਾਖੀ ਸਰਵਣ ਕੀਤੀ ਕਿ ਕਿਸ ਤਰ੍ਹਾਂ ਮਹਾਰਾਜ ਨੇ ਜੋ ਅੰਤਮ ਮਰਜ਼ਾਦਾ ਉਹ ਨਿਭਾਈ। ਔਰ ਇਸੇ ਹੀ ਘਰ ਪ੍ਰਸੰਗ ਵਿੱਚ ਪਹਿਲਾਂ ਜੋ ਮਹਾਰਾਜ ਨੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨ ਦੀ ਮਰਜ਼ਾਦਾ, ਹੋਰ ਨਿਤਨੇਮ ਦੀ ਬਾਣੀ ਦੀ ਮਰਜ਼ਾਦਾ ਨਿਯਤ ਕੀਤੀ। ਕਿਸ ਤਰ੍ਹਾਂ ਜਿਵੇਂ ਇੱਕ ਬੱਕਰੀਆਂ ਚਾਰਨ ਵਾਲਾ ਇਆਲੀ ਦਿਨ ਦੇ ਸਮੇਂ ਬਾਣੀ ਪ੍ਰੇਮ ਸਹਿਤ ਪੜ੍ਹਦਾ, ਤਾਂ ਉਸ ਸਮੇਂ ਮਹਾਰਾਜ ਨੇ ਉਹ ਝਰੀਟਾਂ ਜਿਹੜੀਆਂ ਉਹਦੀਆਂ ਲੱਤਾਂ ਤੇ ਲੱਗਣੀਆਂ ਸੀ ਜੰਗਲ ਵਿੱਚ, ਉਹ ਆਪਣੇ ਤੇ ਲਈਆਂ। ਭਾਈ ਲਹਿਣਾ ਜੀ ਦੇ ਪੁੱਛਣ ਤੇ ਮਹਾਰਾਜ ਨੇ ਦੱਸਿਆ ਕਿ ਪੁਰਖਾ ਜੋ ਪ੍ਰੇਮ ਸਹਿਤ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਰਿਹਾ ਹੈ, ਭੇਡਾਂ ਬੱਕਰੀਆਂ ਚਾਰਨ ਵਾਲਾ ਇਆੜੀ, ਅਸੀਂ ਉਹਦੇ ਅੰਗ ਸੰਗ ਨਾਲ ਹਾਂ, ਕਿਉਂਕਿ ਉਹ ਪ੍ਰੇਮ ਨਾਲ ਬਾਣੀ ਪੜ੍ਹਦਾ ਹੈ। ਫਿਰ ਉਸ ਨੂੰ ਸੱਦ ਕਰਕੇ ਉਪਦੇਸ਼ ਦਿੱਤਾ, ਭਾਈ ਇਹ ਸੌਣ ਮੌਕੇ ਪੜ੍ਹਨੀ ਹੈ, ਤੇ ਜਿਹੜਾ ਬਾਣੀ ਇਹ ਪੜ੍ਹੇਗਾ ਅਸੀਂ ਉਹਦੇ ਫਿਰ ਅੰਗ ਸੰਗ ਰਹਾਂਗੇ। ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦਾ ਆਪਾਂ ਕੱਲ ਪ੍ਰਸੰਗ ਲੜੀ ਤਹਿਤ ਸਰਵਣ ਕੀਤਾ ਹੈ। ਆਓ ਅਗਲੇ ਕੁਝ ਪ੍ਰਸੰਗ ਜੋ 60ਵਾਂ ਕਰਦਾ ਹੈ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੋਹਿ ਭੂਤ ਨਾ ਮਨ ਲੱਗਿਓ, ਕਿਤੇ ਉਪਾਏ ਨਾ ਜਾਏ। ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਗੁਰੂ ਦੇ ਸ਼ਬਦ ਦੀ ਮਹਿਮਾ ਰੂਪ ਮੰਗਲ ਦੱਸਦੇ ਐ। ਕਹਿੰਦੇ ਭਾਈ ਮੇਰੇ ਮਨ ਨੂੰ ਭੂਤ ਨਾ ਚੁੰਬੜ ਗਿਆ ਤੇ ਉਹ ਕਿਸੇ ਵੀ ਉਪਾਅ ਨਾਲ ਦੂਰ ਨਹੀਂ ਹੁੰਦਾ ਹੈ। ਕਈ ਵਾਰ ਆਪਾਂ ਕਹਿੰਦੇ ਫਲਾਣੇ ਨੂੰ ਹੁਣ ਤਾਂ ਇਹ ਚੀਜ਼ਾਂ ਖਤਮ ਜੀਆਂ ਹੋ ਗਈਆਂ, ਲੋਕਾਂ ਨੂੰ ਸਮਝ ਆ ਗਈ ਜਿਉਂ-ਜਿਉਂ ਪ੍ਰਚਾਰ ਸੁਣਦੇ ਐ। ਪਹਿਲਾਂ ਬੜਾ ਹੁੰਦਾ ਸੀ ਫਲਾਣੇ ਨੂੰ ਭੂਤ ਚੁੰਬੜਿਆ ਹੋਇਆ, ਉਹਦੇ ਆਹ ਆਉਂਦਾ ਹੈ। ਮੋਹੇ ਭੂਤ ਨਾ ਮਨ ਲੱਗਿਓ। ਸੰਤ ਰੇਣ ਕਵੀ ਪ੍ਰੇਮ ਸਿੰਘ ਕਹਿੰਦੇ ਭਾਈ ਮੇਰੇ ਮਨ ਨੂੰ ਭੂਤ ਨਾ ਚੁੰਬੜ ਗਿਆ, ਕਿਤੇ ਉਪਾਏ ਨਾ ਜਾਏ। ਕਿੰਨੇ ਹੀ ਉਪਾਅ ਕਰ ਲਈਏ ਇਹ ਦੂਰ ਨਹੀਂ ਹੁੰਦਾ। ਮੰਤਰ ਸਤਿਗੁਰ ਸ਼ਬਦ ਤੇ ਕਰ ਅਭਿਆਸ ਨਸਾਏ। ਕਿਵੇਂ ਦੂਰ ਹੋਵੇਗਾ? ਜੋ ਭਾਈ ਸਤਿਗੁਰੂ ਦਾ ਸ਼ਬਦ ਸਰੂਪ ਮੰਤਰ ਉਪਦੇਸ਼ ਹੈ, ਇਹਦੇ ਅਭਿਆਸ ਕਰੀਏ। ਗੁਰਮੰਤਰ ਜਾਪ ਗੁਰੂ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਰੂਪੀ ਅਭਿਆਸ, ਤਾਂ ਫਿਰ ਇਹ ਜਿਹੜਾ ਮਨ ਨੂੰ ਲੱਗਿਆ ਭੂਤਨਾ ਹੈ, ਜਿਹੜਾ ਮਨ ਹੈ ਨਾ ਇਹ ਭੂਤਨਾ ਵਸ ਹੋ ਕਰਕੇ ਜਿਹੜਾ ਭਾਈ ਸੰਕਲਪਾਂ ਵਿਕਲਪਾਂ ਵਿੱਚ ਮਾੜੇ ਖਿਆਲਾਂ ਵਿੱਚ ਭਜਦਾ ਦੌੜਦਾ ਹੈ ਉਹ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਕਰ ਅਭਿਆਸ ਨਸਾਏ। ਭਾਈ ਗੁਰੂ ਸ਼ਬਦ ਰਾਹੀਂ ਅਭਿਆਸ ਕਰਕੇ ਹੀ ਇਹ ਫਿਰ ਨਸਾਇਆ ਭਜਾਇਆ ਹੈ। ਚੌਪਈ ਸੀਹਾਂ ਗੱਜਣ ਦੋਨੋਂ ਭਾਈ। ਇੱਥੇ ਲਿਖਤ ਵਿੱਚ ਜੱਗਣ ਲਿਖਿਆ, ਵੈਸੇ ਸ਼ਬਦ ਗੱਜਣ ਹੈ। ਇਹ ਸੀਹਾਂ ਤੇ ਗੱਜਣ ਇਹ ਦੋਨੋਂ ਭਰਾ। ਸੋ ਆਏ ਸਤਿਗੁਰ ਸਰਣਾਈ। ਇਹ ਭਾਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਪਹੁੰਚੇ ਹਨ। ਦਰਸ਼ਨ ਦੇਖਿਓ ਸ੍ਰੀ ਸੁਖ ਕੰਦਾ। ਸੁਭਾਏ ਮਨ ਸੁੱਖਾਂ ਦੇ ਮੂਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਇਹਨਾਂ ਦਰਸ਼ਨ ਕੀਤੇ ਹਨ। ਕਰੀ ਬੰਦਨਾ ਪਦ ਅਰਬਿੰਦਾ। ਚਰਨ ਕਮਲਾਂ ਪਰ ਇਹਨਾਂ ਦੋਵਾਂ ਨੇ ਸੀਹਾਂ ਤੇ ਗੱਜਣ ਨੇ ਬੰਦਨਾ ਕੀਤੀ ਹੈ। ਹੇ ਸਤਿਗੁਰ ਜੀ ਚਿੱਤ ਉਦਾਰਾ। ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਉਦਾਰ ਚਿੱਤ ਸਮੇਤ ਜੋ ਜਾਚੈ ਸੋ ਦੇਹੁ ਦਾਤਾਰਾ। ਜੋ ਵੀ ਮਹਾਰਾਜ ਤੁਹਾਡੇ ਕੋਲੋਂ ਕੋਈ ਆ ਕੇ ਮੰਗਦੇ ਹਨ ਉਹ ਆਪ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦੇ ਹੋ। ਇਹ ਸੀਹਾਂ ਤੇ ਗੱਜਣ ਗੁਰਮੁਖੋ ਉੱਪਲ ਗੋਤ ਦੇ ਖੱਤਰੀ ਪਰਿਵਾਰ ਵਿੱਚੋਂ ਸਨ। ਜਿਹੜਾ ਉੱਪਲ ਗੋਤ ਹੈ ਇਹ ਖੱਤਰੀਆਂ ਦਾ ਵੀ ਗੋਤ ਹੈ ਤੇ ਜੱਟ ਜ਼ਿਮੀਂਦਾਰਾਂ ਦਾ ਵੀ ਗੋਤ ਹੈ। ਇਹ ਪੁਰਾਣੇ ਸਮੇਂ ਵਿੱਚ ਇਹ ਜਿਹੜੇ ਗੋਤ ਨੇ ਇਹਦਾ ਭਾਵ ਕੀ ਹੈ? ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਹੁਣ ਆਪਣੀ ਮਰਜ਼ੀ ਨਾਲ ਬਹੁਤ ਦੁਨੀਆ ਬਦਲ ਲੈਂਦੀ ਹੈ। ਐਫੀਡੈਵਿਟ ਦਿੱਤਾ 500-400 ਰੁਪਏ ਦਾ ਅਖਬਾਰ 'ਚ ਕਢਾਇਆ ਬਦਲਿਆ, ਪਰ ਇਹਨਾਂ ਦੇ ਪਿਛਲੇ ਅਸਲ ਵਿੱਚ ਭਾਵ ਹੁੰਦੇ ਸੀ। ਕੋਈ ਮਾੜਾ ਚੰਗਾ ਨਹੀਂ ਹੁੰਦਾ। ਹਰ ਇੱਕ ਕੌਮਾਂ ਨੇ ਇੱਕ ਨਿਸ਼ਾਨੀ ਸੀ, ਇੱਕ ਪਹਿਚਾਣਕ ਸ਼ਬਦ ਸੀਗੇ। ਹੋਰ ਕੋਈ ਗੁਰਮਤ ਦੇ ਵਿੱਚ ਇਹ ਨਹੀਂ ਹੈ ਕਿ ਕਿਸੇ ਗੋਤ ਨੂੰ ਮਹਾਰਾਜ ਨੇ ਨੀਵਾਂ ਗਿਣਿਆ ਜਾਂ ਕਿਸੇ ਨੂੰ ਉੱਚਾ ਗਿਣਿਆ। ਇਹ ਤਾਂ ਵੱਖ-ਵੱਖ ਜਿਹੜੀਆਂ ਕੌਮਾਂ ਦੇ ਇੱਕ ਤਰ੍ਹਾਂ ਦਾ ਪਹਿਚਾਣਕ ਸ਼ਬਦ ਸੀ। ਗੁਰੂ ਸਾਹਿਬ ਦਾ ਤਾਂ ਪੰਥ ਹੈ, ਇਹਦੇ ਵਿੱਚ ਜੋ ਆ ਕੇ ਰਲ ਗਿਆ ਉਹ ਪੰਥ 'ਚ ਸ਼ਾਮਲ ਹੋ ਗਿਆ। ਇਹ ਫਿਰ ਜਦੋਂ ਕੋਈ ਜਾਣਕਾਰੀ ਹੁੰਦੀ ਹੈ ਉਦੋਂ ਫਿਰ ਇਹ ਦੱਸਣਾ ਪੈਂਦਾ ਹੈ ਕਿ ਸਿੰਘਾਂ ਤੇ ਜਿਹੜਾ ਗੱਜਣ ਸੀ ਇਹ ਖੱਤਰੀਆਂ ਦੇ ਉੱਪਲ ਗੋਤ ਵਿੱਚੋਂ ਸਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਲੇ ਆ ਕੇ ਕਹਿੰਦੇ ਹਨ, ਹੇ ਸਤਿਗੁਰੂ ਮਹਾਰਾਜ ਜੀ, ਹੇ ਸਤਿਗੁਰ ਜੀ ਚਿੱਤ ਉਦਾਰਾ। ਕਿ ਤੁਸੀਂ ਉਦਾਰ ਚਿੱਤ ਦੇ ਨਾਲ ਸਤਿਗੁਰੂ ਜੋ ਜੱਚ ਹੈ ਸੋ ਦੇਹੁ ਦਾਤਾਰਾ। ਜੋ ਵੀ ਤੁਹਾਡੇ ਕੋਲੋਂ ਕੋਈ ਮੰਗਦਾ ਹੈ ਉਹ ਦਾਤਾ ਜੀ ਤੁਸੀਂ ਦਾਤਾਂ ਦੇ ਦਿੰਦੇ ਹੋ। ਆਸਾ ਧਰ ਅਰਦਾਸ ਬਖਾਨੀ। ਤੇ ਆਸਾ ਧਾਰ ਕੇ
ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ। ਇਹਨਾਂ ਵੀ ਭਾਈ ਦੋਵਾਂ ਨੇ ਮਹਾਰਾਜ ਅੱਗੇ ਅਰਦਾਸ ਕੀਤੀ, ਪੂਰਨ ਕੀਜੈ ਸ੍ਰੀ ਗੁਣ ਖਾਨੀ, ਕਿ ਹੇ ਗੁਣਾਂ ਦੀ ਖਾਨ ਸਤਿਗੁਰੂ ਕਿਰਪਾ ਕਰਕੇ ਸਾਡੀ ਆਸਾ ਪੂਰੀ ਕਰੋ ਜੀ। ਸੁਣ ਕੈ ਸ੍ਰੀ ਗੁਰ ਗਿਰਾ ਅਲਾਈ, ਗਿਰਾ ਨਾਮ ਹੈ ਬਾਣੀ ਬਚਨਾਂ ਦਾ। ਉਹਨਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਬਚਨ ਕਹੇ, ਲੋਚਨ ਕੋ ਰਹਿ ਕਰਨਾ ਛਾਈ, ਤੇ ਮਹਾਰਾਜ ਦੇ ਲੋਚਨ ਕੋ ਰਹਿ ਕਰਨਾ, ਜਿਨ੍ਹਾਂ ਦੇ ਭਾਈ ਨੇਤਰਾਂ ਤੇ ਹਮੇਸ਼ਾ ਹੀ ਕਿਰਪਾ ਦ੍ਰਿਸ਼ਟੀ ਜਿਹੜੀ ਹੈ ਉਹ ਛਾਈ ਰਹਿੰਦੀ ਹੈ। ਸਿਮਰੋ ਵਾਹਿਗੁਰੂ ਲੈ ਬੁਲਾਈ। ਮਹਾਰਾਜ ਕਹਿੰਦੇ ਭਾਈ ਸੀਹਾਂ ਭਾਈ ਗੱਜਣ, ਗੁਰਮੁਖੋ ਭਾਈ ਵਾਹਿਗੁਰੂ ਲੈ ਪ੍ਰੇਮ ਲਾ ਕਰਕੇ ਸਿਮਰਿਆ ਕਰੋ। ਦੇਹ ਪਦਾਰਥ ਸੋ ਤੁਮ ਤਾਈ, ਤੇ ਜਦੋਂ ਸਿਮਰੋਗੇ ਇਹ ਫਿਰ ਪਰਮੇਸ਼ਰ ਦਾ ਸਿਮਰਨ ਜੋ ਹੈ ਇਹ ਤੁਹਾਡੇ ਤਾਈਂ ਤੁਹਾਨੂੰ ਪਦਾਰਥਾਂ ਦੀ ਵੀ ਬਖਸ਼ਿਸ਼ ਕਰ ਦੇਵੇਗਾ। ਕਹਿ ਸੋ ਜਾਂ ਕੋ ਅਰਥ ਬਤਾਵੋ। ਦੋਵੇਂ ਕਹਿਣ ਲੱਗੇ ਮਹਾਰਾਜ ਵੀ ਕਿਰਪਾ ਕਰਕੇ ਜੋ ਸ਼ਬਦ ਸਾਨੂੰ ਤੁਸੀਂ ਜਪਣ ਦਾ ਉਪਦੇਸ਼ ਦਿੱਤਾ ਹੈ ਇਹਦੇ ਮਹਾਰਾਜ ਜੀ ਅਰਥ ਵੀ ਦੱਸੋ। ਦੇ ਉਪਦੇਸ਼ ਭਲੇ ਸਮਝਾਵੋ। ਕਿਰਪਾ ਕਰਕੇ ਮਹਾਰਾਜ ਉਪਦੇਸ਼ ਦੇ ਕਰਕੇ ਭਲੀ ਪ੍ਰਕਾਰ ਸਾਨੂੰ ਸਮਝਾਓ ਜੀ। ਤਬ ਸ੍ਰੀ ਨਾਨਕ ਅਰਥ ਬਖਾਨਾ। ਤਦ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਾਹਿਗੁਰੂ ਸ਼ਬਦ ਦੇ ਜਿਹੜਾ ਇਹ ਗੁਰਮੰਤਰ ਹੈ ਦੇ ਅਰਥ ਦੱਸੇ ਮਹਾਰਾਜ ਨੇ। ਉਹ ਭਾਈ ਸਾਡੇ ਲਈ ਵੀ ਇਤਿਹਾਸ ਜਦੋਂ ਆਪਾਂ ਦੇਖੋ ਪੜ੍ਹਦੇ ਹਾਂ, ਹੁਣ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ, ਅਰਥ ਕੀ ਨੇ, ਇਹਦਾ ਭਾਵ ਕੀ ਹੈ, ਉਹ ਮਹਾਰਾਜ ਨੇ ਜਿਵੇਂ ਦੱਸਿਆ ਹੈ। ਜੇ ਸਿਮਰਹਿ ਸੇ ਨਰ ਮਤਵਾਨਾ। ਜਿਹੜੇ ਭਾਈ ਇਸ ਸ਼ਬਦ ਨੂੰ ਸਿਮਰਦੇ ਹਨ ਉਹ ਮਤ ਵਾਲੇ ਜਿੰਨੇ ਵੀ ਪੁਰਸ਼ ਗੁਰਮੁਖ ਵਾਹੇ ਨਾਮ ਅਸਚਰਜ ਪਹਿਚਾਨੋ। ਮਹਾਰਾਜ ਕਹਿੰਦੇ ਵਾਹੇ ਦਾ ਅਰਥ ਹੈ ਅਸਚਰਜ। ਜਿਵੇਂ ਆਪਾਂ ਕੁਦਰਤੀ ਹੁੰਦਾ ਕੋਈ ਅਸਚਰਜ ਜੀ ਵਸਤੂ ਕਿਹੜੀ ਜਿਹੜੀ ਆਪਣੇ ਕਦੇ ਖਿਆਲ ਚ ਵੀ ਨਾ ਹੋਵੇ ਉਹ ਦੇਖ ਲਈਏ ਆਪਣੇ ਮੁਖੋਂ ਵੀ ਨਿਕਲਦਾ ਵਾਹ। ਉਹ ਕਿ ਜਿਹੜੀ ਸਾਡੇ ਸੋਚ ਤੋਂ ਵੀ ਉੱਪਰ ਹੈ ਉਹ ਹੈ ਵਾਹ ਅਸਚਰਜ। ਜੋ ਵਾਹੇ ਦਾ ਅਰਥ ਉਹ ਅਸਚਰਜ ਜਾਣ ਲਓ। ਜਿਹ ਕੀ ਸਤਿਆ ਜਗ ਪ੍ਰਗਟਾਨੋ। ਤੋ ਅਸਚਰਜ ਕੌਣ ਹੈ ਇਹ ਵੀ ਦੱਸਦਾ ਭਾਈ ਜੀ ਦੀ ਸ਼ਕਤੀ ਦੇ ਨਾਲ ਹੀ ਸਾਰਾ ਜਗਤ ਜੋ ਪੈਦਾ ਹੋਇਆ ਹੈ। ਜਹ ਸਤਿਆ ਕਰ ਲਖਿਅਤ ਭਵ ਹੈ। ਜਿਹਦੀ ਸੱਤਾ ਕਰਕੇ ਜਿਹਦੀ ਸ਼ਕਤੀ ਸੱਤਾ ਦੇ ਨਾਲ ਹੀ ਆ ਜਿਹੜਾ ਭਵਜਲ ਸੰਸਾਰ ਹੈ ਇਹ ਜਾਣਿਆ ਜਾਂਦਾ ਹੈ। ਸੋ ਨਹਿ ਲਖੀ ਜਾਏ ਅਨਭਵ ਹੈ। ਤੋ ਉਹ ਜੋ ਸਤ ਸਰੂਪ ਹੈ ਜਿਹਦੀ ਸੱਤਿਆ ਦੇ ਨਾਲ ਇਹ ਸਾਰਾ ਕੁਝ ਹੈ ਉਹ ਪਰਮਾਤਮਾ ਜੋ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਸੋ ਨਹਿ ਲਖੀ ਜਾਏ ਅਨਭਵ ਹੈ। ਉਹ ਭਾਈ ਲਖਿਆ ਨਹੀਂ ਜਾਂਦਾ, ਉਹ ਮਨ ਬੁੱਧ ਕਰਕੇ ਜਾਣਿਆ ਨਹੀਂ ਜਾਂਦਾ ਹੈ, ਉਹ ਅਨਭਵ ਹੀ ਹੈ, ਅਨਭਵ ਸਰੂਪ ਹੈ। ਉਸ ਨੂੰ ਵਾਹੇ ਕਿਹਾ ਹੈ। ਦੋਹਰਾ ਜਾਂ ਤੇ ਸੋ ਆਚਰਜ ਭਇਓ ਗੁਰੂ ਅਰਥ ਸੁਨ ਕਾਨ। ਤੋ ਵਾਹੇ ਤਾਂ ਹੋ ਗਿਆ ਅਸਚਰਜ ਸਰੂਪ। ਇਹ ਕਹਿੰਦੇ ਇਸ ਕਰਕੇ ਉਹ ਅਸਚਰਜ ਹੈ ਕਿਉਂਕਿ ਉਹ ਨਹੀਂ ਜਾਣਿਆ ਜਾਂਦਾ ਜਿਹਦੇ ਆਪਾਂ ਸਾਰੀ ਸੱਤਿਆ ਕਰਕੇ ਆ ਜਗਤ ਪ੍ਰਗਟ ਹੈ, ਜਿਹਦੀ ਸੱਤਾ ਨਾਲ ਹੀ ਆ ਭਵ ਸੰਸਾਰ ਜਾਣਿਆ ਜਾਂਦਾ ਤੇ ਉਹ ਆਪ ਨਹੀਂ ਜਾਣਿਆ ਜਾਂਦਾ। ਇਸ ਕਰਕੇ ਉਹ ਅਨੁਭਵ ਸਰੂਪ ਹੈ। ਦੋਹਰਾ ਜਾਂ ਤੇ ਸੋ ਆਚਰਜ ਭਇਓ। ਇਸ ਕਰਕੇ ਉਸ ਨੂੰ ਆਚਰਜ ਕਿਹਾ। ਵਾਹ ਗੁਰੂ ਅਰਥ ਸੁਨ ਕਾਨ। ਮਹਾਰਾਜ ਕਹਿੰਦੇ ਹੁਣ ਭਾਈ ਗੁਰੂ ਦੇ ਵੀ ਅਰਥ ਕੰਨੀ ਸੁਣ ਲਵੋ। ਅੰਧਕਾਰ ਗੋ ਨਾਮ ਹੈ ਗੁਰੂ ਪ੍ਰਕਾਸ਼ ਪਹਿਚਾਨ। ਗੁਰੂ
ਅੰਧਕਾਰ, ਗੋ ਦਾ ਭਾਵ ਹੈ ਹਨੇਰਾ। ਅੰਧਕਾਰ ਘੁੱਪ ਹਨੇਰਾ ਉਹਨੂੰ ਕਹਿੰਦੇ ਗੋ। ਗੋ ਤੋਂ ਹੀ ਗੁਬਾਰ ਬਣਿਆ ਹੈ। ਅੰਧਕਾਰ ਗੋ ਨਾਮ ਹੈ। ਰੂ ਨਾਮ ਪ੍ਰਕਾਸ਼, ਤੇ ਰੂ ਜਿਹੜਾ ਹੈ ਇਹ ਪ੍ਰਕਾਸ਼ ਦਾ ਨਾਮ ਹੈ। ਗੋ ਰੂ ਗੁਰੂ। ਤੇ ਜੋ ਭਾਈ ਅੰਧਕਾਰ ਹਨੇਰੇ ਵਿੱਚ ਵੀ ਪ੍ਰਕਾਸ਼ ਕਰ ਦੇਵੇ, ਜਿੱਥੇ ਜੋ ਗੁਰੂ ਹੈ ਜੋ ਸਾਡੇ ਅਗਿਆਨਤਾ ਰੂਪੀ ਹਨੇਰੇ ਨੂੰ ਨਾਸ਼ ਕਰਕੇ ਰੂ ਗਿਆਨ ਸਰੂਪ ਪ੍ਰਕਾਸ਼ ਕਰ ਦੇਵੇ, ਗੁਰੂ। ਤੇ ਵਾਹ ਇਹ ਗੁਰੂ ਜੋ ਅਚਰਜ ਸਰੂਪ ਹੈ। ਇਸ ਤਰ੍ਹਾਂ ਅਰਥ ਦੱਸੇ ਚੌਪਈ। ਅੰਧਕਾਰਵਤ ਦੇਹ ਅਨਿਤ, ਜੋ ਭਾਈ ਅੰਧਕਾਰਵਤ, ਅੰਧਕਾਰ ਹਨੇਰੇ ਵਾਂਗੂ ਆ ਜਿਹੜੀ ਦੇਹੀ ਹੈ, ਇਹ ਸਰੀਰ ਹੈ, ਇਹ ਅਨਿਤ ਹੈ, ਮਿਥਿਆ ਹੈ, ਨਾਸ਼ਵੰਤ ਹੈ। ਦੇਹ ਪ੍ਰਕਾਸ਼ ਦੀਨ ਸੋ ਚਿੱਤ। ਹੁਣ ਇਹ ਹੈ ਤਾਂ ਦੇਹੀ ਮਿਥਿਆ ਜਿਹੜੀ ਹੈ, ਝੂਠੀ ਹੈ, ਪਰ ਅੰਧਕਾਰ ਪਿਆ ਹੋਇਆ ਬੁੱਧੀ ਤੇ ਇਸ ਕਰਕੇ ਇਹਨੂੰ ਸੱਤ ਜਾਣਦਾ ਹੈ। ਜੇ ਮਹਾਰਾਜ ਨੇ ਕਿਹਾ ਨਾ ਜਗ ਰਚਨਾ ਸਭ ਝੂਠ ਹੈ, ਤੇ ਇੱਕ ਜਿਹੜੇ ਹੁਣ ਬਹੁਤੀ ਪੜ੍ਹ ਲੇਗੀ ਨਾ ਦੁਨੀਆ ਤਰਕ ਵਾਲੇ, ਉਹ ਕਹਿੰਦੇ ਵੀ ਨਹੀਂ ਜੱਗ ਸਾਰਾ ਤਾਂ ਦੀਂਦਾ, ਝੂਠ ਕਿੱਥੋਂ ਹੈ। ਉਹ ਕਾਰਨ ਹੀ ਇਹ ਅਗਿਆਨਤਾ ਪਈ ਹੋਈ ਹੈ। ਜੇ ਤਾਂ ਉਹ ਗੁਰੂ ਦੇ ਲੜ ਲੱਗਣ, ਗੁਰੂ ਵਾਲੇ ਬਣ ਜਾਣ, ਸਤਿਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰ ਲੈਣਗੇ, ਫਿਰ ਉਹਨਾਂ ਨੂੰ ਵੀ ਮਹਿਸੂਸ ਹੋ ਜੂ ਕਿ ਹਾਂ ਵਾਕਈ ਝੂਠ ਹੈ। ਤੇ ਪਰ ਉਹ ਕਹਿੰਦੇ ਨਹੀਂ ਜੀ ਸਾਰਾ ਜਗਤ ਦੀਂਦਾ, ਸਭ ਕੁਝ ਸੱਤ ਹੈ। ਮੈਂ ਫਿਰ ਪ੍ਰਮਾਣ ਦਿੰਦੇ ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਉਹ ਹੁਣ ਭਾਵ ਹੋਰ ਹੈ ਮਹਾਰਾਜ ਦਾ ਭਾਵ ਕਿ ਭਾਈ ਉਹਨੇ ਜੋ ਕੀਤਾ ਉਹ ਆਪ ਸਤ ਸਰੂਪ ਹੈ, ਸਭ ਉਸੇ ਸਤ ਤੋਂ ਹੀ ਹੋਇਆ ਹੈ। ਕੀਆ ਸਭ ਸਤ ਭਾਵ ਕਿ ਉਸ ਸਤ ਨੇ ਹੀ, ਉਹ ਆਪ ਵੀ ਸਤ ਹੈ ਤੇ ਉਸ ਸਤ ਨੇ ਹੀ ਸਾਰਾ ਕੁਝ ਕੀਤਾ ਹੈ। ਉਹ ਉਲਟ ਅਰਥ ਕਰਦੇ ਨੇ, ਆਪ ਸਤ ਕੀਆ ਸਭ ਸਤ, ਅਗੇ ਉਹ ਆਪ ਵੀ ਸੱਚਾ ਹੈ, ਉਹਨੇ ਜੋ ਕੀਤਾ ਉਹ ਵੀ ਸੱਚਾ ਹੈ। ਇਹ ਉਲਟ ਗਲਤ ਅਰਥ। ਅਰਥ ਸਹੀ ਇਹ ਹੈ, ਆਪ ਸਤ ਕੀਆ ਸਭ ਸਤ, ਕਿ ਉਹ ਆਪ ਵੀ ਸਤ ਹੈ ਤੇ ਉਸ ਸਤ ਨੇ ਹੀ ਸਭ ਕੁਝ ਕੀਤਾ ਹੈ। ਤਿਸ ਪ੍ਰਭ ਤੇ ਸਗਲੀ ਉਤਪਤ, ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਸਾਰੀ ਉਤਪਤੀ ਜਿੰਨੀ ਵੀ ਹੈ ਇਹ ਹੋਈ ਹੈ। ਸੁਖਮਨੀ ਸਾਹਿਬ ਦੀਆਂ ਇਹ ਪੰਗਤੀਆਂ ਤੋਂ ਮਹਾਰਾਜ ਜੀ ਕਿਰਪਾ ਕਰਕੇ ਦੱਸ ਰਹੇ ਨੇ ਕਿ ਭਾਈ ਅੰਧਕਾਰਵਤ ਦੇਹ ਨੇ, ਤਾਂ ਅੰਧਕਾਰ ਵਾਂਗੂ ਆ ਜਿਹੜੀ ਦੇਹੀ ਹੈ ਅਨਿਤ ਸਰੂਪ ਹੈ, ਭਾਵ ਨਾਸ਼ਵੰਤ ਹੈ। ਤੇਹ ਪ੍ਰਕਾਸ਼ ਦੀਨ ਸੋ ਚਿੱਤ। ਭਾਈ ਇਸ ਦੇ ਵਿੱਚ ਤੇਹ ਪ੍ਰਕਾਸ਼ ਦੀਨ ਸੋ ਚਿੱਤ, ਇਹਦੇ ਵਿੱਚ ਜਿਹੜਾ ਹੈ ਸਾਡੇ ਅੰਤਰਾਤਮੇ, ਉਹ ਫਿਰ ਪਰਮੇਸ਼ਰ ਗੁਰੂ ਦੁਆਰਾ ਸਾਡੇ ਚਿੱਤ ਵਿੱਚ ਪ੍ਰਕਾਸ਼ ਦਿੰਦਾ ਹੈ। ਤਾਂ ਕੋ ਵਾਹਿਗੁਰੂ ਇੱਕ ਨਾਮਾ, ਤੋ ਦੇਣ ਵਾਲਾ ਕੌਣ? ਇੱਕੋ ਹੀ ਹੈ ਨਾ, ਗੁਰੂ ਰੂਪ ਹੋ ਕੇ ਉਸੇ ਨੇ ਪ੍ਰਕਾਸ਼ ਦਿੱਤਾ। ਇਸ ਕਰਕੇ ਉਸ ਦਾ ਨਾਮ ਜੋ ਇੱਕ ਨਾਮ ਵਾਹਿਗੁਰੂ ਹੈ। ਜਪ ਹੋਇ ਚਤੁਰ ਪਦਾਰਥ ਧਾਮਾ, ਜਪ ਹੋਇ ਚਤੁਰ ਪਦਾਰਥ ਧਾਮਾ, ਜਿਹੜਾ ਜਪੇਗਾ ਵਾਹਿਗੁਰੂ ਉਹ ਭਾਈ ਜਾਣ ਲੋ ਕਿ ਚਾਰੇ ਪਦਾਰਥਾਂ ਦਾ ਹੀ ਘਰ ਰੂਪ ਹੋ ਜਾਵੇਗਾ। ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਨ, ਕਰਨ ਲੱਗੇ ਸੋ ਕਾਰ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸੁਣ ਕਰਕੇ ਉਹ ਭਾਈ ਕਾਰ ਸ਼ੁਭ ਕਾਰਜ ਕਰਨ ਲੱਗ ਪਏ। ਪਿਛਲੀ ਨਿਸ ਇਸ਼ਨਾਨ ਕਰ, ਪੜ੍ਹੈ ਸ਼ਬਦ ਹਿਤ ਧਾਰ। ਤਿਉ ਪਿਛਲੀ ਨਿਸ, ਪਿਛਲੀ ਰਾਤੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰੇਮ ਧਾਰ ਕੇ ਗੁਰਬਾਣੀ ਪੜ੍ਹਦੇ ਹਨ। ਚੌਪਈ ਦਿਨ ਸਗਰੇ ਨਿਜ ਕਾਰ ਕਮਾਵਹਿ, ਤੇ ਸਾਰਾ ਦਿਨ ਫਿਰ ਆਪਣੀ ਕਿਰਤ ਕਰਦੇ ਨੇ। ਅਭਿਆਗਤ ਸੋ ਵੰਡਹਿ ਖਾਵੇ, ਜਿਹੜੇ ਅਭਿਆਗਤ ਹਨ ਗੁਰਮੁਖ, ਅਭਿਆਗਤ ਤਿਆਗੀ ਬਰਾਗੀ ਗੁਰਮੁਖ ਪੁਰਸ਼, ਉਹਨਾਂ ਵਿੱਚ ਵੰਡ ਕਰਕੇ ਫੇਰ ਆਪ ਛਕਦੇ ਨੇ। ਅੰਤਰ ਸਵਾਸੈ ਵਾਹੇ ਮਿਲਾਵੇ,
ਤੇ ਜਪਣ ਦੀ ਵਿਧੀ ਵੀ ਦੱਸੀ ਹੈ ਕਿ ਵਾਹਿਗੁਰੂ ਸ਼ਬਦ ਜਪਣਾ ਕਿਵੇਂ ਆ। ਅੰਤਰ ਸਵਾਸੈ ਵਾਹਿ ਮਿਲਾਵੈ। ਜਦੋਂ ਗੁਰਮੁਖੋ ਅੰਦਰ ਨੂੰ ਸਵਾਸ ਜਾਂਦਾ ਹੈ ਨਾ, ਉਦੋਂ ਵਾਹਿ, ਇਸ ਤਰ੍ਹਾਂ ਉਹਦੇ ਨਾਲ ਵਾਹਿ ਸ਼ਬਦ ਮਿਲਾ ਦੇਣਾ। ਨਿਕਸੈ ਵਹਿਰ ਤ ਗੁਰੂ ਅਲਾਵੈ। ਤੇ ਜਦੋਂ ਬਾਹਰ ਨੂੰ ਸਵਾਸ ਕੱਢਣਾ ਗੁਰੂ, ਇਸ ਤਰ੍ਹਾਂ ਜਿਹੜਾ ਹੈ ਉਸ ਬਾਹਰ ਨੂੰ ਸਵਾਸ ਆਉਂਦਾ ਉਹਦੇ ਨਾਲ ਗੁਰੂ ਮਿਲਾ ਦੇਣਾ ਹੈ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਇਹ ਸ਼ਬਦ ਫਿਰ ਬਣ ਜਾਂਦਾ, ਸਵਾਸਾਂ ਦੀ ਮਾਲਾ ਬਣ ਜਾਂਦੀ ਹੈ। ਫਿਰ ਗੁਰਮੁਖੋ ਸਵਾਸ, ਸਾਸ ਗਰਾਸ ਇਸੇ ਨੂੰ ਹੀ ਕਹਿੰਦੇ ਆ। ਗਰਾਸ ਹੁੰਦਾ ਭਾਵ ਕੁਝ ਅੰਦਰ ਨੂੰ ਜਾਣਾ, ਗਰਾਸ ਗਰਾਹੀ ਨੂੰ ਵੀ ਕਹਿੰਦੇ ਆ। ਇਸ ਤਰ੍ਹਾਂ ਜਪਣਾ। ਇਹ ਗੁਰਮੁਖਾਂ ਨੇ ਜੋ ਵਿਧੀਆਂ ਪ੍ਰਾਤਨ ਸਮੇਂ, ਹੁਣ ਠੀਕ ਹੈ ਵੀ ਕਈ ਵਾਰ ਹੁੰਦਾ ਜੀ ਸਾਨੂੰ ਫਲਾਣੇ ਨੇ ਆ ਵਿਧੀ ਦੱਸੀ ਹੈ, ਪਹਿਲਾਂ ਨਹੀਂ ਸੀ ਪਤਾ। ਪਹਿਲਾਂ ਭਾਈ ਪਤਾ ਤਾਂ ਨਹੀਂ ਸੀ, ਨਾ ਤਾਂ ਇਤਿਹਾਸ ਸੁਣਿਆ ਸੀ ਤੇ ਨਾ ਪੜ੍ਹਿਆ ਸੀ। ਹੁਣ ਜਦੋਂ ਪਤਾ ਹੀ ਨਹੀਂ ਸੀ ਜਦ ਸੁਣਿਆ, ਹੁਣ ਇਹ ਦੇਖੋ ਸੈਂਕੜੇ ਸਾਲ ਪਹਿਲਾਂ ਉਹਨਾਂ ਨੇ ਇਹ ਵਿਧੀ ਦੱਸ ਦਿੱਤੀ। ਤੇ ਇਹੀ ਵਿਧੀ ਹੁਣ ਜੇ ਮੰਨ ਲਓ ਕੋਈ ਇੱਥੇ ਹੁਣ ਤੁਹਾਨੂੰ ਕਥਾ ਵਿੱਚ ਦੱਸਤੀ, ਤੁਸੀਂ ਇਹ ਕੋਈ ਜਾ ਕੇ ਕਹੇ ਵੀ ਸਾਨੂੰ ਤਾਂ ਫਲਾਣੇ ਕਥਾਵਾਚਕ ਨੇ ਦੱਸੀ ਜੀ, ਪਹਿਲਾਂ ਨਹੀਂ ਸੀ ਪਤਾ। ਹੁਣ ਉਹਦਾ ਇਹ ਨਹੀਂ ਦੱਸੀ ਤਾਂ ਜਿਨ੍ਹਾਂ ਨੇ ਹੈ ਉਹਨਾਂ ਨੇ ਹੀ ਹੈ। ਇਹ ਤਾਂ ਇੱਕ ਜਰੀਆ ਬਣ ਗਿਆ ਕਿ ਸਤਸੰਗ ਹੋ ਗਈ, ਕਿਰਪਾ, ਇਹੀ ਕਿਰਪਾ ਹੁੰਦੀ ਹੈ ਸਤਸੰਗ ਦੇ ਵਿੱਚ। ਤੇ ਇਸ ਕਰਕੇ ਇਹ ਵਿਅਕਤੀ ਦਾ ਨਹੀਂ ਇੱਥੇ ਕੋਈ ਹੈ, ਇਹ ਗੁਰਮੁਖ ਪੁਰਸ਼ ਉਹਨਾਂ ਜਿਨ੍ਹਾਂ ਗੁਰੂ ਮਹਾਰਾਜ ਦੇ ਸੰਗਤ ਕੀਤੀ ਸੀਨੇ ਵਸੀਨੇ, ਉਹਨਾਂ ਨੇ ਫਿਰ ਜਦੋਂ ਇਤਿਹਾਸ ਲਿਖਿਆ ਅੱਗੇ ਦੀ ਅੱਗੇ ਉਹ ਪਰਿਵਾਰਾਂ ਨੇ, ਉਹਨਾਂ ਨੇ ਸਾਰੀਆਂ ਵਿਧੀਆਂ ਕਿ ਮਹਾਰਾਜ ਨੇ ਹੀ ਇਸ ਤਰ੍ਹਾਂ ਇਹ ਦੱਸੀ ਹੈ। ਅੰਤਰ ਸਵਾਸੈ ਵਾਹਿ ਮਿਲਾਵੈ, ਨਿਕਸੈ ਵਹਿਰ ਤਾ ਗੁਰੂ ਅਲਾਵੈ। ਬਾਹਰ ਸਵਾਸ ਨਿਕਲੇ ਤਾਂ ਨਾਲ ਗੁਰੂ ਉਚਾਰਨਾ ਹੈ। ਸ੍ਰੀ ਲਹਿਣਾ ਰਹਿ ਗੁਰੂ ਹਜੂਰਾ। ਹੁਣ ਇਹ ਤਾਂ ਸ਼ੀਹਾਂ ਤੇ ਗੱਜਣ ਇਸ ਤਰ੍ਹਾਂ ਭਾਈ ਜਾਪ ਕਰਦੇ ਆਪਣਾ ਜੀਵਨ ਬਤੀਤ ਕਰਨ ਲੱਗੇ ਐ। ਨਾਲ ਹੀ ਪ੍ਰਮਾਣ ਹੋਰ ਸਾਖੀ ਜਿਹੜੀ ਹੈ ਸਤਿਕਾਰਯੋਗ ਗੁਰੂ ਅੰਗਦ ਦੇ ਮਹਾਰਾਜ ਦੇ ਸੇਵਾ ਵਾਲੇ ਜੀਵਨ ਦੀ, ਕਿ ਸ੍ਰੀ ਲਹਿਣਾ ਜੀ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ। ਕਰਹਿ ਸੇਵ ਸੁਖ ਮਾਨਹਿ ਪੂਰਾ। ਸੇਵਾ ਕਰਦੇ ਮਹਾਰਾਜ ਦੀ ਤੇ ਬੇਅੰਤ ਸੁਖ ਮੰਨਦੇ ਹਨ। ਕਿਰਪਾ ਕੀਨ ਇੱਕ ਦਿਨ ਗੁਣ ਖਾਨੀ। ਇੱਕ ਦਿਨ ਗੁਣਾਂ ਦੀ ਖਾਣ ਸਤਿਗੁਰੂ ਜੀ ਨੇ ਕਿਰਪਾ ਕੀਤੀ। ਚੱਲ ਪੁਰਖਾ ਸ੍ਰੀ ਮੁਖੋ ਬਖਾਨੀ। ਆਪਣੇ ਸੁਹਾਏਵਾਨ ਮੁਖ ਤੋਂ ਕਿਹਾ ਵੀ ਪੁਰਖਾ ਸਾਡੇ ਨਾਲ ਚੱਲ। ਹੱਸ ਕਹਿ ਉੱਠੇ ਵਹਿਰ ਦਰ ਆਏ। ਇਉਂ ਕਹਿ ਕੇ ਉੱਠ ਪਏ, ਬਾਹਰ ਆ ਗਏ ਦਰਵਾਜ਼ੇ ਤੋਂ। ਕਹਿ ਸ੍ਰੀ ਲਹਿਣੇ ਨੈਣ ਮਿਚਾਏ। ਤਾਂ ਫਿਰ ਭਾਈ ਲਹਿਣਾ ਜੀ ਨੂੰ ਕਿਹਾ, ਭਾਈ ਲਹਿਣਾ ਪੁਰਖਾ ਨੇਤਰ ਬੰਦ ਕਰ। ਪੁਨः ਕਹਿਓ ਅਬ ਖੋਲੋ ਨੈਣ। ਤੇ ਫਿਰ ਨਾਲ ਹੀ ਨੇਤਰ ਬੰਦ ਕਰਾਉਣ ਤੋਂ ਬਾਅਦ ਫਿਰ ਕਿਹਾ ਵੀ ਹੁਣ ਆਪਣੇ ਨੇਤਰ ਖੋਲ ਲੈ। ਦਦ ਤਟ ਪਰ ਬੈਠੇ ਸੁਖ ਦੇਣ। ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਦ ਤਟ, ਇੱਕ ਭਾਈ ਦਦ ਨਾਮ ਹੈ ਦੁੱਧ ਦਾ। ਦਦ ਤਟ ਭਾਵ ਇੱਕ ਐਸਾ ਜਗ੍ਹਾ ਜਿੱਥੇ ਉਹ ਜਗ੍ਹਾ ਜਲ ਜਿੱਥੇ ਦੁੱਧ ਵਰਗਾ, ਦੁੱਧ ਦਾ ਹੀ ਜਲ ਵਗਦਾ, ਭਾਵ ਦੁੱਧ ਹੀ ਵਗ ਰਿਹਾ ਹੈ। ਇਸ ਤਰ੍ਹਾਂ ਜਿਵੇਂ ਕਥਾ ਵਿੱਚ ਆਉਂਦਾ ਨਾ ਖੀਰ ਸਮੁੰਦਰ, ਉਹਦਾ ਭਾਵ ਹੈ ਨਾ ਖੀਰ ਨਾਮ ਵੀ ਦੁੱਧ ਦਾ ਹੈ। ਵੱਖ-ਵੱਖ ਜਲ ਅੱਜ ਕੱਲ ਵੀ ਆਪਾਂ ਵੇਖਦੇ ਹਾਂ ਤੇ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹਾ ਵੀ ਸੀ, ਦੁੱਧ ਦੀਆਂ ਨਦੀਆਂ ਚਲਾ ਦੇ। ਇਹ ਤਾਂ ਗੁਰੂ ਦੀ ਕਿਰਪਾ ਹੈ ਨਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਉਹ ਚਾਹੇ ਪਾਣੀ ਨੂੰ ਦੁੱਧ ਬਣਾ ਦੇਵੇ, ਦੁੱਧ ਨੂੰ ਪਾਣੀ ਬਣਾ ਦੇਵੇ, ਉਸ ਦੀ ਮਰਜ਼ੀ ਹੈ। ਉਸ ਜਗ੍ਹਾ ਜਿੱਥੇ ਦੁੱਧ ਦਾ ਹੀ ਦਰਿਆ ਹੈ, ਉਸ ਕਿਨਾਰੇ ਤੇ ਸੁੱਖਾਂ ਦੇ ਦਾਤੇ ਬੈਠੇ ਨਾਲ ਭਾਈ ਲਹਿਣਾ ਜੀ ਹਨ। ਏਕ ਪੁਰੀ ਦੇਖੀ ਤਿਸ ਥਾਈ। ਤੇ ਉੱਥੇ ਇੱਕ ਪੁਰੀ ਵੇਖੀ ਇਸ ਜਗ੍ਹਾ। ਨਰ ਮੁਖ ਪਗ ਕਰ ਕਾਰੇ ਆਹੀ। ਨਰ ਮੁਖ ਪਗ ਕਰ ਕਾਰੇ ਆਹੀ।
ਜਿਨ੍ਹਾਂ ਮਨੁੱਖਾਂ ਦੇ ਮੂੰਹ ਪੈਰ ਤੇ ਹੱਥ ਕਾਲੇ ਹਨ, ਕਹਿ ਲੈਣਾ ਹੇ ਸਤਿਗੁਰ ਪਿਆਰੇ। ਤੋ ਸਮੇਂ ਸ੍ਰੀ ਲਹਿਣਾ ਜੀ ਕਹਿਣ ਲੱਗੇ ਵੀ ਹੇ ਪਿਆਰੇ ਸਤਿਗੁਰੂ ਜੀ, ਇਨਕੇ ਮੁਖ ਪਗ ਕਰ ਕਿਮ ਕਾਰੇ। ਇਹਨਾਂ ਦੇ ਮੂੰਹ ਪੈਰ ਹੱਥ, ਕਰ ਨਾਮ ਹੱਥਾਂ ਦਾ, ਉਹ ਮਹਾਰਾਜ ਕਾਲੇ ਕਿਉਂ ਹਨ। ਸ੍ਰੀ ਗੁਰ ਕਹੈ ਹੇ ਪੁਰਖਾ ਸੁਣੀਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਹੇ ਪੁਰਖਾ, ਕਿਉਂਕਿ ਮਹਾਰਾਜ ਭਾਈ ਲਹਿਣਾ ਜੀ ਨੂੰ ਉਸ ਸਮੇਂ ਪੁਰਖਾ ਕਹਿ ਕੇ ਬੁਲਾਉਂਦੇ ਹੁੰਦੇ ਸਨ। ਐ ਸੁਣ, ਕਰ ਮੁਖ ਪਗ ਕਾਰੇ ਇਮ ਗੁਨੀਏ। ਇਹਨਾਂ ਦੇ ਹੱਥ ਮੂੰਹ ਪੈਰ ਕਾਲੇ ਇਸ ਤਰ੍ਹਾਂ ਜਾਣ ਲੈ, ਜੋ ਸੰਗਤ ਮਹਿ ਕਰ ਅਰਦਾਸ। ਜੋ ਭਾਈ ਜਿਹੜਾ ਹੈ ਸੰਗਤ ਦੇ ਵਿੱਚ ਅਰਦਾਸ ਕਰਤੀ, ਜੋ ਸੰਗਤ ਦੇ ਵਿੱਚ ਆ ਕੇ ਕੁਝ ਅਰਦਾਸ ਹੋ ਗਈ, ਦੇਵੈ ਪੁਨ ਨਹਿ ਰਾਖੈ ਪਾਸ। ਉਹ ਕੀ ਹੈ, ਉਹ ਕਿਸੇ ਨੂੰ ਦਿੰਦੇ ਨਹੀਂ, ਫਿਰ ਉਹ ਆਪਣੇ ਕੋਲ ਰੱਖ ਲੈਂਦੇ ਐ। ਸੰਗਤ ਦੇ ਵਿੱਚ ਆ ਗਿਆ, ਕਈ ਵਾਰ ਹੁੰਦਾ ਨਾ ਕੋਈ ਵਸਤੂ ਆ ਗਈ ਚੰਗੀ ਜੀ, ਦੇਖ ਲਈ ਵੀ ਚੰਗੀ ਮਠਿਆਈ ਆਈ ਹੈ, ਉਹਨੂੰ ਪਾਸੇ ਰੱਖ ਲਓ ਢੱਕ ਕੇ, ਫਿਰ ਛਕ ਲਾਂਗੇ। ਤਾਂ ਹਾਲ ਇਹੋ ਜਿਹੇ ਹੋਣੇ। ਜੇ ਕੋਈ ਸੰਗਤ ਵਿੱਚ ਆ ਗਿਆ, ਜਾਂ ਤਾਂ ਉਹ ਸੰਗਤ ਦੇ ਹਿਸਾਬ ਨਾਲ ਹੀ ਵਰਤ ਜੇ, ਉਹ ਫੇਰ ਤਾਂ ਹੈ। ਜੇ ਹੁਣ ਆਪਣੇ ਲਈ ਸਾਂਭ ਕੇ ਰੱਖ ਲਿਆ ਵੱਖਰਾ, ਫਿਰ ਭਾਈ ਜੋ ਕਥਾ ਕਹਿੰਦੀ ਇਹੀ ਹੋਣਾ। ਤੇ ਉਸ ਸਮੇਂ ਕਹਿੰਦੇ ਦੇਵੈ ਪੁੰਨ ਨਹਿ, ਉਹਨੂੰ ਫਿਰ ਅੱਗੇ ਨਹੀਂ ਦਿੰਦੇ, ਰੱਖੈ ਪਾਸ, ਕੋਲ ਰੱਖ ਲੈਂਦੇ ਹਨ। ਉਨਕਾ ਹਾਲ ਹੋਵੇ ਇਸ ਭਾਂਤੀ। ਉਹਨਾਂ ਦਾ ਹਾਲ ਭਾਈ ਲੈਣੇ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਜੋ ਦੇਖੋ ਨਹਿਨੋ ਬਖਿਆਤੀ। ਜੋ ਤੂੰ ਆ ਪ੍ਰਤੱਖ ਨਹਿਨੋ ਨੈਣ ਅੱਖਾਂ ਨਾਲ ਤੂੰ ਆ ਵੇਖ ਰਿਹਾ ਹੈ, ਤੇਹ ਤੇ ਚੱਲ ਇੱਕ ਨਗਰ ਨਿਹਾਰੇ। ਇਹ ਤੋਂ ਅੱਗੇ ਚੱਲ ਕੇ ਫਿਰ ਇੱਕ ਨਗਰ ਵੇਖਿਆ ਹੈ, ਮੁਖ ਪਿੱਛੇ ਸਭ ਨਰ ਦੁਖਿਆਰੇ। ਤੇ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਦੇ ਮੂੰਹ ਮਗਰ ਨੂੰ ਲੱਗੇ ਹੋਏ ਸਨ, ਇਸ ਗੱਲ ਤੋਂ ਸਭ ਦੁਖੀ ਨੇ। ਕਿਲਕਾ ਗੱਡੀ ਗਰੀਬ ਕੇ ਮਾਹੇ। ਤੇ ਉਹਨਾਂ ਦੀਆਂ ਗਲਾਂ ਦੇ ਵਿੱਚ ਕਿੱਲੀਆਂ ਗੱਡੀਆਂ ਹੋਈਆਂ ਸੀ। ਸ੍ਰੀ ਲਹਿਣਾ ਪੁਨ ਬਿਨੈ ਅਲਾਹੇ। ਤਾਂ ਬਾਬਾ ਲਹਿਣਾ ਜੀ ਉਸ ਸਮੇਂ ਫੇਰ ਬੇਨਤੀ ਕੀਤੀ ਵੀ ਮਹਾਰਾਜ ਆ ਕੀ ਕੌਤਕ ਹੈ। ਹੇ ਸਤਿਗੁਰ ਇਨ ਕੀ ਆਸਰੀਤਾ। ਹੇ ਸਤਿਗੁਰੂ ਜੀ, ਇਹਨਾਂ ਦੀ ਇਸ ਤਰ੍ਹਾਂ ਦੀ ਇਹ ਹਾਲਤ, ਕੌਣ ਪਾਪ ਤੇ ਭਈ ਵਿਪਰੀਤਾ। ਕਿਹੜਾ ਪਾਪ ਕੀਤਾ ਵੀ ਐਸੀ ਉਲਟੀ ਹਾਲਤ ਹੋ ਗਈ। ਕਹਿ ਸਤਿਗੁਰ ਜੋ ਹੋਏ ਧਨਵਾਨ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਲੋਕ ਧਨਵਾਨ ਹੁੰਦੇ ਆ, ਬਹੁਤ ਮਾਇਆ ਧਾਰੀ ਹਨ, ਮੰਗਤ ਜਨ ਨਹਿ ਦੈ ਹੈ ਦਾਨ। ਜਨ ਦਾ ਭਾਵ ਹੈ ਗੁਰਮੁਖ ਸਾਧੂ, ਕੋਈ ਗੁਰੂ ਪਿਆਰਾ, ਅਗਰ ਉਹਨਾਂ ਕੋਲੋਂ ਕੁਛ ਮੰਗਦਾ ਹੈ, ਇਹ ਉਸ ਨੂੰ ਦਾਨ ਨਹੀਂ ਦਿੰਦੇ। ਇੱਕ ਹੁੰਦਾ ਹੈ ਗੁਰਮੁਖੋ ਵਿਸ਼ੇ ਵਿਕਾਰਾਂ, ਉਹ ਕੋਈ ਦਾਨ ਨਹੀਂ ਹੈ। ਹੁਣ ਕੋਈ ਲੈ ਲਿਆ, ਮੰਗ ਲਿਆ ਤੇ ਮੰਗ ਕੇ ਉਹਦੇ ਬਾਅਦ ਨਸ਼ਾ ਕਰ ਲਿਆ, ਇਹ ਨਹੀਂ ਹੈ। ਜਿਹੜਾ ਦਾਨ ਹੈ ਉਹ ਹੈ ਅਸਲ ਵਿੱਚ ਨਾਮ ਜਪਣ ਵਾਲਾ ਕੋਈ ਗੁਰਮੁਖ ਹੈ, ਵਿਸ਼ੇ ਵਿਕਾਰਾਂ ਤੋਂ ਰਹਿਤ ਹੈ। ਉਹਨੂੰ ਜਿਹੜਾ ਬਾਰ-ਬਾਰ ਆਉਂਦਾ ਨੇ ਵੀ ਗਰੀਬ ਦੀ ਮਦਦ ਕਰੋ, ਗਰੀਬ ਦੀ ਮਦਦ ਹੈ। ਬੇਲੜ ਤੇ ਨਸ਼ਈ ਦੀ ਮਦਦ ਦਾ ਕਿਤੇ ਨਹੀਂ ਮਹਾਰਾਜ ਨੇ ਕਿਹਾ। ਇਹ ਤੋਂ ਆਪਦਾ ਮੌਜਾਂ ਮਾਰਨ ਤੇ ਨਸ਼ੇ ਖਾਣ ਤੇ ਕਹਿਣ ਵੀ ਮਹਾਰਾਜ ਨੇ ਕਿਹਾ ਜੀ ਗਰੀਬਾਂ ਦੀ ਮਦਦ ਕਰੋ। ਗਰੀਬ ਦਾ ਭਾਵ ਗੁਰਸਿੱਖ, ਨਸ਼ਿਆਂ ਤੋਂ ਵਿਸ਼ਿਆਂ ਤੋਂ ਰਹਿਤ, ਜਿਹੜਾ ਮਹਾਰਾਜ ਦੇ ਦਰ ਘਰ ਨਾਲ ਜੁੜ ਜਾਵੇ। ਗੁਰਸਿੱਖ, ਗਰੀਬ ਸਿੱਖ ਦੀ ਜਿੰਨਾ ਵੀ ਤੁਸੀਂ ਇਤਿਹਾਸ ਸੁਣੋ ਪੜੋਗੇ, ਹੁਣ ਇੱਥੇ ਵੀ ਬਕਾਇਦਾ ਲਿਖਿਆ ਮੰਗਤ ਜਨ, ਮੰਗਤਾ ਨਹੀਂ ਲਿਖਿਆ, ਨਾਲ ਜਨ ਸ਼ਬਦ ਲਿਖਿਆ। ਜਨ ਦਾ ਅਰਥ ਕੀ ਹੈ? ਦਾਸ ਸੇਵਕ, ਜਿਹੜਾ ਰੱਬ ਦੇ ਭੈ ਵਿੱਚ ਰਹਿਣ ਵਾਲਾ। ਉਹ ਅਗਰ ਮੰਗਦਾ ਨਹਿ ਦੈ ਹੈ ਦਾਨ, ਅਗਰ ਅਮੀਰ ਉਸ ਨੂੰ ਦਾਨ ਨਹੀਂ ਦਿੰਦਾ। ਤਾਹੇ ਸਮੇਂ ਜੋ ਮੁਖ ਉਨ ਫੇਰੋ। ਉਸ ਸਮੇਂ ਜਿਹੜਾ ਭਾਈ ਗੁਰਮੁਖਾਂ ਤੋਂ
ਪੈਸੇ ਦੇਣ ਵਾਸਤੇ ਮੁਖ ਫੇਰ ਲੈਂਦਾ ਹੈ। ਉਸੀ ਪਾਪ ਤੇ ਅਬ ਇਨ ਹੇਰੂ, ਉਸੇ ਹੀ ਪਾਪ ਕਰਕੇ ਭਾਈ ਲੈਣਿਆ ਇਹਨਾਂ ਦਾ ਹੀ ਹਾਲ ਹੈ ਵੇਖ ਲੈ। ਆਸ ਪੇਖ ਕੀਨੋ ਗਮਨ ਅਗਾਰੀ, ਇਸ ਤਰ੍ਹਾਂ ਵੇਖ ਕੇ ਫਿਰ ਅੱਗੇ ਚੱਲਣਾ ਕੀਤਾ। ਇਹ ਜਿਹੜਾ ਨਾਲ ਹੈ ਕਿਲਕਾ ਗੱਡੀ ਗਰੀਬ ਕੇ ਮਾਹੀ ਵੀ, ਉਹਨਾਂ ਨੇ ਇੱਕ ਉਹ ਜਗ੍ਹਾ ਦੇਖੀ ਜਿੱਥੇ ਗਰਦਨਾਂ 'ਚ ਕਿੱਲੇ ਠੁਕੇ ਹੋਏ ਸੀ। ਇਹਦੇ ਇੱਥੇ ਅਰਥ ਕਿਉਂਕਿ ਸੰਖੇਪ ਕਰਦਿਆਂ ਨਹੀਂ ਕੀਤੇ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵਿਸਥਾਰ ਨਾਲ ਲਿਖਿਆ ਹੋਇਆ। ਇਹ ਮਹਾਰਾਜ ਨੂੰ ਪੁੱਛਿਆ ਭਾਈ ਲਹਿਣਾ ਜੀ ਨੇ, ਕਿੱਲੇ ਕਿਉਂ ਕੱਢੇ ਆ? ਕਹਿੰਦੇ ਭਾਈ ਲਹਿਣਿਆ, ਇਹ ਕਿਸੇ ਗੁਰਮੁਖਾਂ ਦੇ ਸਾਧੂ ਦੇ ਸਤਕਾਰ ਵਿੱਚ ਸਿਰ ਨਹੀਂ ਝੁਕਾਉਂਦੇ, ਆਕੜ ਕੇ ਤੁਰਦੇ ਆ ਤੇ ਉਹ ਸਗੋਂ ਨਿੰਦਿਆ ਕਰਦੇ, ਮੈਂ ਕੀ ਲੈਣਾ ਇਹਨਾਂ ਤੋਂ। ਅੱਗੇ ਗੁਰਮੁਖੋ ਕੋਈ ਬਜ਼ੁਰਗ ਵੀ ਪਿੰਡ ਦਾ ਲੰਘਣਾ, ਉਹਨੂੰ ਵੀ ਨੌਜਵਾਨਾਂ ਨੇ ਫਤਿਹ ਬੁਲਾਉਣੀ, ਸਿਰ ਨਿਵਾਉਣਾ। ਤੇ ਆਮ ਆਪਾਂ ਦੇਖਦੇ ਆ ਕੋਈ ਮਿਲ ਜਾਣਾ, ਉਸਤਾਦ ਮਿਲ ਜੇ, ਕੋਈ ਮਿਲ ਜੇ ਸਿਆਣਾ। ਹੁਣ ਜ਼ਮਾਨਾ ਹੀ ਹੋਰ ਹੋ ਗਿਆ ਹੈ, ਹੁਣ ਤਾਂ ਘਰਦਿਆਂ ਦੀ ਇੱਜ਼ਤ ਨਹੀਂ ਕਰਦੇ ਆ ਤੇ ਉਹ ਚਾਚੇ ਤਾਇਆਂ ਦੀ ਕੋਈ ਇੱਜ਼ਤ ਨਹੀਂ, ਕਿਉਂਕਿ ਅਸੀਂ ਜਵਾਕਾਂ ਕੋਲੇ ਬੈਠੇ ਵੀ ਉਹੀ ਜਿਹੀਆਂ ਗੱਲਾਂ ਕਰੀ ਜਾਂਦੇ ਆਪਦੇ ਬੱਚਿਆਂ ਕੋਲੇ, ਕਿਉਂ ਅਲੱਗ-ਅਲੱਗ ਹੋਏ ਆ ਸਾਰੇ। ਤੇ ਉਹ ਗੱਲਾਂ ਮਾਂ-ਬਾਪ ਇਹੋ ਜਿਹੀਆਂ, ਮੰਨ ਲਓ ਚਾਹੇ ਚਾਚੇ ਤਾਏ ਸਕੇ ਦੀ ਗੱਲ ਤੁਰ ਪਏ, ਜਵਾਕ ਆਪਾਂ ਉਹਨਾਂ ਤੋਂ ਕੀ ਲੈਣਾ, ਇਹ ਐਂ ਕਰਦੇ ਆ। ਉਹ ਜਵਾਕਾਂ ਦੇ ਅਸਰ ਹੋਈ ਜਾਂਦਾ, ਉਹ ਆਪਦੇ ਚਾਚੇ ਤਾਇਆਂ ਦੀ ਕੋਈ ਕਦਰ ਨਹੀਂ ਕਰਦੇ। ਇਹ ਆਪਦੇ ਨਹੀਂ ਕਰਦੇ, ਹੋਰ ਕਿਸੇ ਦੀ ਕੀ ਕਰਨੀ ਹੈ। ਕੋਈ ਹੁੰਦਾ ਸੀਗੇ ਕੋਈ ਪਾਠੀ ਜਾਣਾ, ਕੋਈ ਗੁਰਮੁਖ ਗ੍ਰੰਥੀ, ਹਰੇਕ ਨੇ ਫਤਿਹ। ਹੁਣ ਤਾਂ ਸਗੋਂ ਉਲਟੋ 20 ਗੱਲਾਂ ਕੋਲ ਦੀ ਲੰਘਦਾ ਜਾਵੇ ਤੇ ਉਹ ਹੈ। ਇਹ ਹਾਲਾਤ ਨੇ। ਮਾੜਾ ਜਿਹਾ ਜੇ ਕੋਈ ਪਾਠੀ ਗ੍ਰੰਥੀ ਦੇ ਕੱਪੜੇ ਬਸਤਰ ਚੱਜਦੇ ਆ ਤੇ ਮੋਟਰਸਾਈਕਲ ਨਵਾਂ ਹੈ ਤਾਂ ਉਸ ਵੀ ਧਾਲਨੇ, ਕਿਉਂਕਿ ਲੋਕਾਂ ਦੀ ਸੋਚ ਇਹ ਬਣ ਗਈ ਵੀ ਜਿਹੜਾ ਪਾਠੀ ਗ੍ਰੰਥੀ ਜਾਂ ਕੋਈ ਇਸ ਪਾਸੇ ਨੂੰ ਲੱਗਿਆ, ਇਹਨਾਂ ਦੇ ਸੜਿਆ ਜਿਹਾ ਦੁਪੱਟਾ ਹੋਣਾ ਚਾਹੀਦਾ ਬੰਨਿਆ ਤੇ ਮੈਲਾ ਜਿਹਾ ਝੱਗਾ ਹੋਵੇ, ਗਲ 'ਚ ਪਾਟਿਆ ਜਿਹਾ ਪਰਨਾ, ਫੇਰ ਇਹ ਸਹੀ ਹੈ। ਇਹਨਾਂ ਜੇ 4 ਪੈਸਿਆਂ ਵਾਲੇ ਕਿਵੇਂ ਬਣ ਗਏ, ਇਹਨਾਂ ਕੋਲੇ ਪੈਸਾ ਕਿਉਂ ਆ ਜੇ? ਆਹ ਚੀਜ਼ ਹੋਈ ਵੀ ਹੈ। ਧਨ ਤਾਂ ਸਾਡੇ ਕੋਲੇ ਚਾਹੀਦਾ ਹੈ। ਤੋ ਗੁਰੂ ਕਿਰਪਾ ਕਰੇ। ਇਹ ਜਿਹੜਾ ਸਤਿਕਾਰ ਹੈ ਗੁਰਮੁਖੋ, ਅੱਜ ਆਪਾਂ ਵੇਖਦੇ ਆਂ ਰਿਹਾ ਨਹੀਂ। ਉਹ ਕੋਈ ਜਿਨ੍ਹਾਂ ਦੇ ਪਰਿਵਾਰਾਂ ਦੀ ਸਿੱਖਿਆ ਚੰਗੀ ਹੈ ਬੱਚਿਆਂ ਨੂੰ, ਉਹ ਕਰਦੇ ਨੇ। ਫਿਰ ਉੱਥੋਂ ਪਤਾ ਲੱਗ ਜਾਂਦਾ ਵੀ ਇਹਦੇ ਮਾਤਾ ਪਿਤਾ, ਇਹਨਾਂ ਦੇ ਪਰਿਵਾਰ ਨੇ ਚੰਗੀ ਸਿੱਖਿਆ ਦਿੱਤੀ ਹੋਈ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਤੇ ਹੁਣ ਤਾਂ ਉਹ ਅੱਗੇ ਆਮ ਹੁੰਦਾ ਸੀ ਬੱਚਿਆਂ ਨੂੰ ਸਿਖਾਉਣਾ ਵੀ ਪੈਰੀਂ ਹੱਥ ਲਾਓ, ਗੋਡੀ ਹੱਥ ਲਾਓ। ਹੁਣ ਤਾਂ ਉਹ ਇਹ ਚੀਜ਼ਾਂ ਸਿਖਾਉਂਦੇ ਨਹੀਂ, ਸਗੋਂ ਹੱਥ ਕਮਾਉਂਦੇ। ਲੈ ਐਵੇਂ ਅਗਲਿਆਂ ਦੇ ਪੈਰੀਂ ਪਈ ਚੱਲੋ, ਐਵੇਂ ਗੋਡੀ ਹੱਥ। ਉਹ ਭਾਈ ਉਹਦਾ ਭਾਵ ਕੀ ਸੀ? ਅੱਗੇ ਹੁਣ ਜਦੋਂ ਗੁਰਮੁਖ ਸੰਪਰਦਾਵਾਂ ਵਿੱਚ ਪੜ੍ਹਾਉਂਦੇ ਸੀ ਉਹ ਇਹੀ ਹੁੰਦਾ ਸੀ। ਹੁਣ ਤਾਂ ਉਹ ਫਲਾਣਾ ਜੀ ਮੱਥੇ ਟਿਕਾਈ ਜਾਂਦਾ, ਫਲਾਣਾ ਹੀ ਕਰੀ ਜਾਂਦਾ। ਉਹ ਭਾਈ ਉਹ ਬੱਚੇ ਨੇ, ਮੰਨ ਲਓ ਵਿਦਿਆ ਪੜ੍ਹਦੇ ਆ ਜਿਹੜੇ, ਉਹ ਬੱਚੇ ਆ ਤੇ ਆਪਦੇ ਬੱਚਿਆਂ ਕੋਲੋਂ ਕੋਈ ਵੀ ਕੁਝ ਕਰਾ ਲਿਆ ਤਾਂ ਕੀ ਹੈ। ਤੇ ਕੋਈ ਗੁਰਮੁਖ ਹੈ, ਕੋਈ ਸੰਪਰਦਾ ਟਕਸਾਲ ਹੈ, ਉਹਦਾ ਮੁਖੀ ਹੈ, ਜਿੰਨੇ ਉੱਥੇ ਵਿਦਿਆਰਥੀ ਨੇ ਉਹ ਉਹਦੇ ਬੱਚਿਆਂ ਵਰਗੇ ਆ। ਉਹ ਜੋੜੇ ਵੀ ਚੁਕਾਊਗਾ, ਉਹ ਆਪਦੇ ਬਸਤਰ ਵੀ ਧਵਾਊਗਾ, ਉਹਨਾਂ ਤੋਂ ਸਭ ਕੁਝ ਸਿੱਖਿਆ ਦੇਊ। ਫਿਰ ਉਹ ਜੀਵਨ ਭਰ ਉਹੇ ਜੀ ਉਹਨਾਂ ਦੇ ਜੀਵਨ ਵਿੱਚ ਸਿੱਖਿਆ ਰਹੂਗੀ। ਤੇ ਹੁਣ ਤਾਂ ਤਰਕ ਦਾ ਜ਼ਮਾਨਾ ਇੰਨਾ ਆ ਗਿਆ, ਇਸ ਕਰਕੇ ਜਿਹੜੇ ਫਿਰ ਪੀੜ੍ਹੀ ਦਰ ਪੀੜ੍ਹੀ ਜੋ ਬਦਲਦੇ ਜਾਂਦੇ ਆ, ਉਹ ਫਿਰ ਸਤਿਕਾਰ ਜਿਹੜਾ ਹੈ ਹੌਲੀ ਹੌਲੀ ਤਾਂ ਹੁਣ ਸਕੇ ਮਾਂ-ਬਾਪ ਦਾ ਨਹੀਂ ਰਿਹਾ। ਗੁਰੂ ਕਿਰਪਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਜਿਹੜਾ ਇਹ ਆਪਾਂ ਵਿੱਚ ਗੱਲ ਨਾਲ ਐਡ ਕਰ ਲਈ ਹੈ, ਕਿ ਇਹਨਾਂ ਦੇ ਭਾਈ ਕਿੱਲੇ ਤਾਂ ਕਿ ਆਕੜੀਆਂ ਹੀ ਰਹਿੰਦੀਆਂ ਸੀ ਗਰਦਨਾਂ, ਇਹ ਝੁਕਾਉਂਦੇ ਨਹੀਂ ਸੀ। ਫਿਰ ਇਹਨਾਂ ਨੂੰ ਸਜ਼ਾ ਮਿਲੀ ਤੇ ਕਿੱਲੇ ਗੱਡੇ ਗਏ ਵੀ ਚੰਗਾ ਹੁਣ ਅਕੜਾ ਕੇ ਹੀ ਰੱਖ ਲਓ, ਹੁਣ ਨਿਭਦੀਆਂ ਨਹੀਂ ਜੇ ਨਿਭਾਉਣਾ ਵੀ ਚਾਹੁੰਦੇ ਹਨ। ਕਿਉਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਦੱਸਿਆ ਹੈ, ਆਸ ਪੇਖ ਕੀਨੋ ਗਮਨ ਅਗਾਰੀ। ਐਸਾ ਵੇਖ ਕੇ ਹੁਣ ਅੱਗੇ ਗਮਨ ਭਾਵ ਚੱਲਣਾ ਕੀਤਾ ਹੈ। ਸਾਗਰ ਤਟ ਇੱਕ ਪੁਰੀ ਨਿਹਾਰੀ, ਸਮੁੰਦਰ ਕੰਢੇ ਇੱਕ ਹੋਰ ਪੁਰੀ ਵੇਖੀ ਹੈ। ਤਨ ਮਾਨਸ ਮੁਖ ਸੂਕਰ ਹੈ, ਜਿਨ੍ਹਾਂ ਦੇ ਸਰੀਰ ਜਿਹੜਾ ਸਾਰਾ ਮਨੁੱਖਾਂ ਵਾਲਾ ਤੇ ਮੂੰਹ ਜਿਹੜਾ ਹੈ ਸੂਰ ਵਾਲਾ ਹੈ। ਲਹਿਣਾ ਪੁੱਛੈ ਸਤਿਗੁਰ ਕਹੈ। ਭਾਈ ਲਹਿਣਾ ਜੀ ਨੇ ਪੁੱਛਿਆ ਤਾਂ ਸਤਿਗੁਰੂ ਪਾਤਸ਼ਾਹ ਨੇ ਕਿਹਾ, ਗੁਰ ਆਗੇ ਜਿਨ ਸਿਰ ਨਾ ਨਿਵਾਇਓ,
ਭਾਈ ਜਿਨ੍ਹਾਂ ਨੇ ਇਹ ਸਿਰ ਗੁਰੂ ਦੇ ਅੱਗੇ ਨਹੀਂ ਨਿਵਾਇਆ, ਸੂਕਰ ਮੁਖ ਤਿਨਹੁ ਕਾ ਥਾਇਓ, ਉਹਨਾਂ ਦਾ ਮੂੰਹ ਸੂਰ ਵਰਗਾ ਹੋ ਗਿਆ। ਤੇ ਭਾਈ ਸੰਤੋਖ ਸਿੰਘ ਜਾਂ ਹੋਰ ਗੁਰਮੁਖਾਂ ਨੇ ਲਿਖਿਆ ਇਹ ਉਹ ਕਿੱਲਿਆਂ ਵਾਲੀ ਗੱਲ ਸੀ, ਜਿਹੜਾ ਸਿਰ ਨਹੀਂ ਸੀ ਨਿਵਾਉਂਦਾ। ਇਹ ਸੂਰ ਮੂੰਹ ਉਹਨਾਂ ਦੇ ਜੇ ਸਨ। ਮਹਾਰਾਜ ਕਹਿੰਦੇ ਵੀ ਸੂਰ ਜਿਹੜਾ ਗੰਦਗੀ ਖਾਂਦਾ ਹੈ ਨਾ, ਇਹ ਜ਼ਿੰਦਗੀ 'ਚ ਨਿੰਦਿਆ ਕਰਦੇ ਰਹੇ। ਇਸ ਕਰਕੇ ਫਿਰ ਪ੍ਰਮਾਤਮਾ ਨੇ ਇਹਨਾਂ ਦੇ ਮੂੰਹ ਸੂਰਾਂ ਦੇ ਲਾਤੇ ਵੀ ਚੰਗਾ ਹੁਣ ਗੰਦਗੀ ਹੋਈ ਖਾਈ ਚੱਲੋ, ਨਿੰਦਿਆ ਕਰਨੀ ਵੀ ਗੰਦਗੀ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਪੁਨ ਆਗੇ ਪੱਗ ਸਤਿਗੁਰ ਪਾਵਾ, ਫਿਰ ਭਾਈ ਅੱਗੇ ਸਤਿਗੁਰਾਂ ਚਰਨ ਪਾਏ ਹਨ। ਏਕ ਨਗਰ ਅਸਚਰਜ ਦਿਖਾਵਾ, ਇੱਕ ਹੋਰ ਅਸਚਰਜ ਨਗਰ ਵੇਖਿਆ ਹੈ। ਪੁਰਖ ਟੰਗੇ ਪੱਗ ਸੋ ਲਟਕਾਨੇ, ਕਿ ਜਿਹੜੇ ਪੁਰਖ ਹਨ ਪੁਰਸ਼, ਉਹ ਪੁੱਠੇ ਟੰਗੇ ਹੋਏ ਆ ਪੈਰ ਬੰਨ ਕਰਕੇ। ਤੀਖਨ ਸ਼ਾਸਤਰ ਕੰਨਿਆ ਪਾਨੇ, ਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਹੱਥਾਂ ਵਿੱਚ ਤਿੱਖੇ ਸ਼ਾਸਤਰ ਜਿਹੜੇ ਆ ਉਹ ਫੜੇ ਹੋਏ ਹਨ। ਤਿੰਨ ਕਾਟੈ ਸੋ ਤਰਫ ਪੁਕਾਰੈ, ਤੇ ਉਹ ਤਿੱਖੇ ਸ਼ਾਸਤਰਾਂ ਨਾਲ ਉਹ ਲੜਕੀਆਂ ਉਹਨਾਂ ਨੂੰ ਕੱਟਦੀਆਂ ਨੇ ਤੇ ਉਹ ਪੁਕਾਰਾਂ ਕਰਦੇ ਹਨ। ਉੱਚੀ ਹਾਹਾਕਾਰ ਉਚਾਰੈ, ਉੱਚੀ ਉੱਚੀ ਹਾਹਾਕਾਰ ਉਚਾਰਦੇ ਹਨ। ਕਹਿ ਲਹਿਣਾ ਹੈ ਸਤਿਗੁਰ ਸਾਚੇ, ਭਾਈ ਲਹਿਣਾ ਜੀ ਕਹਿਣ ਲੱਗੇ ਸੱਚੇ ਸਤਿਗੁਰੂ ਜੀਓ, ਆਸ ਦੁੱਖ ਮਹਿ ਇਹੋ ਨਰ ਕਿਮ ਰਾਚੇ। ਇਹ ਜਿਹੜੇ ਮਨੁੱਖ ਨੇ ਇਹੋ ਜਿਹੇ ਦੁੱਖਾਂ ਵਿੱਚ ਕਿਉਂ ਪੈ ਗਏ, ਕਿਉਂ ਰਚੇ ਹੋਏ ਹਨ। ਪੁੰਨ ਕੰਨਿਆ ਜਹ ਦਿਵ ਸਰੂਪਾ, ਫਿਰ ਮਹਾਰਾਜ ਜਿਹੜੀਆਂ ਲੜਕੀਆਂ ਨੇ ਕੰਨਿਆ ਇਹ ਦਿਵ ਸਰੂਪ ਵਾਲੀਆਂ ਦੇਵ ਸਰੂਪ ਹਨ। ਕਿਉਂ ਦੁੱਖ ਦੈ ਹੈ ਹੇ ਜਗ ਭੂਪਾ, ਹੇ ਜਗਤ ਰਾਜਾ ਸਰੂਪ ਸਤਿਗੁਰੂ ਜੀ, ਇਹ ਕਿਉਂ ਦੁੱਖ ਦੇ ਰਹੀਆਂ ਹਨ। ਸ੍ਰੀ ਗੁਰ ਭਨ ਹੈ ਪੁਰਖ ਸਿਆਣੇ, ਗੁਰੂ ਮਹਾਰਾਜ ਕਹਿਣ ਲੱਗੇ ਵੀ ਹੇ ਸਿਆਣੇ ਪੁਰਖਾ, ਇਨ ਪੁਰਖਨ ਬਹੁ ਪਾਪ ਕਮਾਨੇ, ਕਿ ਇਹਨਾਂ ਜਿਹੜੇ ਪੁਰਸ਼ ਨੇ ਨਾ ਇਹਨਾਂ ਨੇ ਬਹੁਤ ਪਾਪ ਕੀਤੇ। ਨਿਜ ਤਨਿਆ ਨਿਜ ਤਨ ਜਾ ਪੁਨ ਭਗਨੀ ਕੇਰਾ, ਇਹਨਾਂ ਨੇ ਇਹ ਪਾਪ ਕੀਤੇ ਵੀ ਆਪਣੀਆਂ ਲੜਕੀਆਂ, ਭਗਨੀ ਕਹੀਏ ਭੈਣ, ਤਨਜਾ ਕਹਿੰਦੇ ਨੇ ਲੜਕੀ ਨੂੰ, ਇਹਨਾਂ ਨੇ ਆਪਣੀ ਲੜਕੀ ਔਰ ਫਿਰ ਜਿਹੜੀਆਂ ਭੈਣਾਂ ਹਨ, ਲੀਨੋ ਦਾਮ ਕੁਕਰਮ ਵਡੇਰਾ, ਇਹਨਾਂ ਦੇ ਧਨ ਲਏ, ਇਹਨਾਂ ਨੇ ਪੈਸੇ ਲਏ ਭੈਣ ਦੇ ਤੇ ਲੜਕੀ ਦੇ। ਅੱਗੇ ਇਹੋ ਜਿਹੇ ਹੁੰਦੇ ਸੀ ਲੋਕ ਵਿਆਹ ਸ਼ਾਦੀਆਂ 'ਚ ਧਨ ਲੈ ਲੈਂਦੇ ਸਨ। ਇਹਨਾਂ ਨੇ ਭਾਈ ਇਹ ਵੱਡੇ ਕੁਕਰਮ ਕੀਤੇ ਹਨ। ਆਬ ਸੋ ਕੰਨਿਆ ਉਨਹੁ ਤਾਈ, ਹੁਣ ਇਹ ਜਿਹੜੀਆਂ ਲੜਕੀਆਂ ਨੇ ਨਾ ਫਿਰ ਇਹਨਾਂ ਦੇ ਤਾਈ। ਕਾਟੈ ਸ਼ਾਸਤਰਨ ਧਨ ਲਿਓ ਜਾਹੀ, ਤੇ ਉਹ ਸ਼ਾਸਤਰਾਂ ਨਾਲ ਇਹਨਾਂ ਨੂੰ ਕੱਟਦੀਆਂ ਨੇ ਜਿਨ੍ਹਾਂ ਨੇ ਧਨ ਲਏ ਇਹਨਾਂ ਬਦਲੇ। ਸੋ ਸਿੱਖ ਹਮਰੋ ਟਕਾ ਨ ਲੇਵੈ, ਇਸ ਕਰਕੇ ਭਾਈ ਲੈਣਾ ਜਿਹੜਾ ਸਾਡਾ ਸਿੱਖ ਹੈ ਨਾ, ਉਹ ਕਿਸੇ ਤੋਂ ਵੀ ਲੜਕੀ ਦਾ ਬਦਲੇ ਪੈਸਾ ਨਾ ਲਵੇ। ਜੋ ਲੇਵੈ ਸੋ ਨਰਕ ਸਧੇਵੈ, ਜਿਹੜਾ ਕੋਈ ਪੈਸਾ ਲਊਗਾ ਉਹ ਨਰਕਾਂ ਨੂੰ ਜਾਵੇਗਾ। ਹਮ ਨਹਿ ਗੁਰੂ ਸਿੱਖ ਸੋ ਨਾਹੀ, ਮਹਾਰਾਜ ਕਹਿੰਦੇ ਮੈਂ ਉਹਨਾਂ ਦਾ ਗੁਰੂ ਨਹੀਂ ਤੇ ਉਹ ਮੇਰੇ ਸਿੱਖ ਨਹੀਂ। ਜੋ ਤਨ ਜਾ ਕੇ ਧਨ ਕੋ ਚਾਹੀ, ਜੋ ਭਾਈ ਲੜਕੀਆਂ ਦੇ ਬਦਲੇ ਧਨ ਲੈਂਦੇ ਹਨ। ਅਸ ਕਹਿ ਪੁਨਾ ਨੈਣ ਮਿਚਵਾਏ, ਇਹ ਸਾਰਾ ਕੁਝ ਦਿਖਾ ਕੇ ਮਹਾਰਾਜ ਨੇ ਫਿਰ ਕਿਹਾ ਭਾਈ ਲੈਣਾ ਨੇਤਰ ਬੰਦ ਕਰ। ਪੁਰ ਕਰਤਾਰ ਵਿਖੇ ਚੱਲ ਆਏ, ਫਿਰ ਵਾਪਸ ਕਰਤਾਰਪੁਰ ਸਾਹਿਬ ਉਸੇ ਵੇਲੇ ਹੀ ਅੱਖ ਬੰਦ ਕੀਤਿਆਂ ਫਿਰ ਉੱਥੇ ਆ ਗਏ ਹਨ। ਇਹ ਭਾਵ ਸਤਿਗੁਰੂ ਨੇ ਇੱਕ ਮਾਇਆ ਰੂਪ ਸਾਰਾ ਆਕਾਸ਼ੀ ਅੱਖ ਨੇਤਰ ਬੰਦ ਕਰਨ ਦੇ ਵਿੱਚ ਦਿਖਾਤਾ ਸਾਰਾ ਕੁਝ, ਕਿਉਂਕਿ ਸਮਾਂ ਵੀ ਬਣਾਉਣ ਵਾਲਾ ਉਹੀ ਹੈ, ਸਭ ਕੁਝ ਸਾਜਣ ਵਾਲਾ ਵੀ ਉਹੀ ਹੈ।
ਗੁਰੂ ਸਾਹਿਬ ਨੇ ਸਾਰਾ ਕੁਝ ਵਿਖਾ ਕੇ ਵਾਪਸ ਫੇਰ ਕਰਤਾਰਪੁਰ ਸਾਹਿਬ ਆ ਗਏ। ਇੱਕ ਸਿੱਖ ਲੰਗਰ ਸੇਵਾ ਕਰਹੀ। ਇੱਥੇ ਹੁਣ ਇੱਕ ਸਿੱਖ ਸੀ ਜੋ ਲੰਗਰ ਵਿੱਚ ਸੇਵਾ ਕਰਦਾ ਹੈ। ਗੁਰ ਚਰਨਨ ਮਹਿ ਪ੍ਰੀਤੀ ਧਰਹੀ। ਗੁਰੂ ਦੇ ਚਰਨਾਂ ਵਿੱਚ ਪ੍ਰੇਮ ਪ੍ਰੀਤ ਧਾਰਦਾ ਹੈ। ਇੱਕ ਦਿਨ ਤ੍ਰਿਹ ਗ੍ਰਹਿ ਬਾਲਕ ਜਨਮਾ। ਇੱਕ ਦਿਨ ਉਸ ਸਿੱਖ ਦੇ ਘਰ ਬਾਲਕ ਨੇ ਜਨਮ ਲਿਆ। ਕਈ ਨਰ ਸ਼ੰਕ ਕਰਤ ਭੇ ਮਨ ਮਾ। ਤੇ ਕਈ ਲੋਕ ਮਨ ਦੇ ਵਿੱਚ ਜਿਹੜਾ ਹੈ ਉਹ ਸ਼ੰਕਾ ਕਰਨ ਲੱਗ ਗਏ। ਸ਼ੰਕੇ ਪੈਦਾ ਹੋ ਜਾਂਦੇ ਕਈ ਤਰ੍ਹਾਂ ਦੇ। ਚੱਲ ਆਏ ਸਤਿਗੁਰ ਕੇ ਪਾਸ। ਤੇ ਉਹ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਆਏ। ਹੱਥ ਜੋੜ ਠਾਨੀ ਅਰਦਾਸ। ਹੱਥ ਜੋੜ ਕਰਕੇ ਬੇਨਤੀ ਕੀਤੀ, ਹੇ ਗੁਰ ਆਜਤਾ ਸਿੱਖ ਜੋਈ। ਕਹਿੰਦੇ ਹੇ ਸਤਿਗੁਰੂ ਜੀ, ਜਿਹੜਾ ਤੁਹਾਡਾ ਸਿੱਖ ਹੈ ਅਜਿੱਤਾ, ਇਹ ਵੀ ਗੁਰਮੁਖੋ ਜਿਹੜਾ ਭਾਈ ਅਜਿੱਤਾ ਸੀ, ਦੇਖੋ ਬਹੁਤ ਵੱਡਾ ਇਹਦਾ ਪਿਤਾ ਚੌਧਰੀ ਸੀ। ਇਹ ਮਹਾਰਾਜ ਦੇ ਆ ਕੇ ਲੰਗਰਾਂ 'ਚ ਸੇਵਾ ਕਰਦਾ ਰਿਹਾ। ਅਜਿੱਤਾ ਰੰਧਾਵੇ ਗੋਤ ਦੇ ਇਹ ਜੱਟ ਪਰਿਵਾਰ ਵਿੱਚੋਂ ਸਨ। ਇਸ ਕਰਕੇ ਇਤਿਹਾਸ ਵਿੱਚ ਅਜਿੱਤਾ ਰੰਧਾਵਾ ਨਾਂ ਆਉਂਦਾ ਹੈ। ਬਾਬਾ ਬੁੱਢਾ ਜੀ ਵਾਲੇ ਉਹ ਜਿਹੜਾ ਗੋਤਰ ਹੈ ਉਹੀ ਇਹਨਾਂ ਦਾ ਸੀ। ਕਹਿਣ ਲੱਗੇ ਹੇ ਮਹਾਰਾਜ, ਹੇ ਗੁਰ ਆਜਿੱਤਾ ਸਿੱਖ ਜੋਈ, ਜੋ ਤੁਹਾਡਾ ਅਜਿੱਤਾ ਸਿੱਖ ਹੈ, ਸੇਵਾ ਕਰੈ ਦੇਗ ਮਹਿ ਸੋਈ। ਜਿਹੜਾ ਮਹਾਰਾਜ ਲੰਗਰਾਂ ਵਿੱਚ ਸੇਵਾ ਕਰਦਾ ਹੈ, ਤੇ ਗ੍ਰਹਿ ਬਾਰਕ ਜਨਮਿਓ ਆਜ। ਤੇ ਉਹਦੇ ਘਰ ਵਿੱਚ ਮਹਾਰਾਜ ਅੱਜ ਬੱਚਾ ਜੰਮਿਆ ਹੈ। ਸੋ ਲੰਗਰ ਮਹਿ ਭਇਓ ਕੁਕਾਜ। ਇਸ ਕਰਕੇ ਵੀ ਇਹਨਾਂ ਦੇ ਘਰ ਤਾਂ ਬਾਲਕ ਨੇ ਜਨਮ ਲਿਆ ਤੇ ਇਹ ਤਾਂ ਫਿਰ ਸੂਤਕ ਪੈ ਗਈ ਹੈ। ਇਹ ਆ ਕੇ ਮਹਾਰਾਜ ਤੁਹਾਡੇ ਲੰਗਰ 'ਚ ਸੇਵਾ ਕਰਨ ਲੱਗ ਗਿਆ ਹੈ। ਅਜਿੱਤਾ ਰੰਧਾਵਾ ਆਉਂਦਾ ਹੁੰਦਾ ਸੀ, ਸੇਵਾ ਕਰਨੀ ਉਹਨੇ ਗੁਰੂ ਕੇ ਲੰਗਰ ਵਿੱਚ ਆ ਕੇ। ਚੰਗਾ ਅਮੀਰ ਪਿਤਾ ਚੌਧਰੀ ਦਾ ਪੁੱਤਰ ਸੀ। ਮਗਰੋਂ ਇਹ ਗੁਰਮੁਖੋ ਜਿਹੜਾ ਹੈ ਚੌਧਰੀ ਬਣਿਆ। ਜਿੱਤਾ ਰੰਧਾਵਾ ਆਪਣੇ ਇਲਾਕੇ ਦਾ ਬਟਾਲੇ ਦੇ ਇਲਾਕੇ ਦਾ ਸੀ, ਜਿੱਥੇ ਮਹਾਰਾਜ ਉਸ ਇਲਾਕੇ ਵਿੱਚ ਬਟਾਲੇ ਵਿਆਹੇ। ਤੇ ਜਿਹੜੇ ਗੁਰੂ ਸਾਹਿਬ ਜੀ ਦੇ ਸਹੁਰਾ ਸਨ, ਮਾਤਾ ਸੁਲੱਖਣੀ ਦੇ ਪਿਤਾ ਜੀ, ਉਹ ਭਾਈ ਇਹਨਾਂ ਦੇ ਜਿੱਤੇ ਰੰਧਾਵੇ ਚੌਧਰੀਆਂ ਦੇ ਮੁਨਸ਼ੀ ਸੀ। ਉਹ ਵੀ ਇੱਕ ਤਰ੍ਹਾਂ ਨਾਲ ਪਟਵਾਰੀ ਸੀ, ਉਸ ਸਮੇਂ ਦੇ ਹਿਸਾਬ ਕਿਤਾਬ ਰੱਖਣ ਵਾਲੇ। ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਿਤਾ ਬਾਬਾ ਕਾਲੂ ਜੀ, ਇਹ ਜਿਹੜੇ ਰਾਏ ਬੁਲਾਰ ਦੇ ਪਟਵਾਰੀ ਸੀ, ਇਸੇ ਤਰ੍ਹਾਂ ਅਜਿੱਤੇ ਰੰਧਾਵੇਣੀ ਜ਼ਮੀਨਾਂ ਦੇ ਮਾਲਕ ਚੌਧਰੀ ਸਨ। ਤੇ ਇਹਨਾਂ ਦੇ ਜਿਹੜੇ ਪਟਵਾਰੀ ਸਨ ਉਹ ਸਨ ਮਾਤਾ ਸੁਲੱਖਣੀ ਦੇ ਪਿਤਾ ਜੀ। ਉਹਨਾਂ ਦਾ ਚੌਣਾ ਖੱਤਰੀਆਂ ਦਾ ਗੋਤ ਸੀ ਤੇ ਮੂਲਾ ਨਾਮ ਸੀ, ਇਸ ਕਰਕੇ ਮੂਲਾ ਚੌਣਾ ਕਿਹਾ। ਮਹਾਰਾਜ ਕਈ ਵਾਰ ਮਾਤਾ ਸੁਲੱਖਣੀ ਨੂੰ ਹੇ ਚੌਣੀ ਇਉਂ ਵੀ ਕਹਿ ਕੇ ਬੁਲਾਉਂਦੇ ਸਨ। ਹੇ ਗੁਰ ਆਜਿੱਤਾ ਸਿੱਖ ਜੋਈ, ਸੇਵਾ ਕਰੈ ਦੇਗ ਮੈਂ ਸੋਈ। ਕਹਿੰਦੇ ਮਹਾਰਾਜ ਜਿਹੜਾ ਸੇਵਾ ਕਰਦਾ, ਤੇਹ ਗ੍ਰਹਿ ਬਾਰਕ ਜਨਮਿਓ ਆਜ, ਸੋ ਲੰਗਰ ਮਹਿ ਭਇਓ ਕੁਕਾਜ। ਇਸ ਕਰਕੇ ਇਹਦੇ ਘਰੇ ਤੇ ਅੱਜ ਬੱਚੇ ਨੇ ਜਨਮ ਲਿਆ। ਇਹ ਲੰਗਰ ਵਿੱਚ ਆ ਕੇ ਸੇਵਾ ਕਰਦਾ, ਕੁਕਾਜ ਹੈ। ਸਤਿਗੁਰ ਸੁਨ ਕਰ ਗਿਰਾ ਅਲਾਈ। ਤਾਂ ਸਤਿਗੁਰੂ ਨੇ ਸੁਣ ਕਰਕੇ ਫਿਰ ਉਹ ਬਚਨ ਕਹੇ, ਜਿਸ ਤੇ ਸਭ ਕਾ ਸੰਸ ਮਿਟਾਈ। ਜਿਹਦੇ ਦੇ ਨਾਲ ਸਾਰਿਆਂ ਦਾ ਸੰਸਾ ਦੂਰ ਕਰ ਦਿੱਤਾ। ਸ੍ਰੀ ਮੁਖ ਵਾਕ। ਇਹ ਗੁਰਮੁਖੋ ਮਹਾਰਾਜ ਨੇ ਜਿਹੜਾ ਹੈ ਲਾਹੌਰ ਦੇ ਵਿੱਚ ਪਹਿਲਾਂ ਇਹ ਸ਼ਬਦ ਜਦੋਂ ਉਚਾਰਿਆ ਸੀ, ਉਦੋਂ ਇੱਥੇ ਲਾਹੌਰ ਦਾ ਇੱਕ ਖੱਤਰੀ ਪਰਿਵਾਰ ਸੀ, ਉਹਦਾ ਨਾਮ ਸੀ, ਉਹ ਦੋ ਭਰਾ ਸਨ। ਇੱਕ ਦਾ ਨਾਮ ਗੰਗਾ ਰਾਮ ਸੀ ਤੇ ਉਹ ਸਾਖੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਜਦੋਂ ਤੋਂ ਇਤਿਹਾਸ ਸੁਣਦੇ ਹੋ ਯਾਦ ਆ ਜਾਂਦੀਆਂ, ਤੁਹਾਡੇ ਵੀ ਆ ਜਾਣਗੀਆਂ ਕਿ ਮਹਾਰਾਜ ਉਹ ਹੁਣ ਸਨਾਤਨ ਮੰਨਦੇ ਸਨ। ਉਹਨਾਂ ਨੇ ਜਿਹੜਾ ਸੀ ਨਿਆਉਂਦਾ ਦਿੱਤਾ ਹੋਇਆ ਸੀ। ਸਾਰੇ ਜੋ ਬ੍ਰਾਹਮਣ ਲੋਕ ਸਨ ਉਹਨਾਂ ਨੂੰ ਸੱਦਿਆ ਸੀ ਅੰਨ ਪਾਣੀ ਛਕਣ ਵਾਸਤੇ। ਤੇ ਕੁਦਰਤੀ ਜਿੱਦਾਂ
ਲੰਗਰ ਦਾ ਕਰਨਾ ਸੀ, ਪੂਰਾ ਭਾਵ ਜੋ ਅੰਨ ਪਾਣੀ ਛਕਾਉਣਾ ਸੀ। ਉਧਰੋਂ ਕਿਤੇ ਉਹਨਾਂ ਦੇ ਘਰ ਬੱਚੇ ਦਾ ਜਨਮ ਹੋ ਗਿਆ ਤਾਂ ਫਿਰ ਚਲੋ ਉਹਨਾਂ ਦੀ ਮਰਜ਼ਾਦਾ ਹੁੰਦੀ ਹੈ। ਇਹ ਨਹੀਂ ਕਿ ਆਪਾਂ ਕੋਈ, ਉਹ ਕਹਿੰਦੇ ਵੀ ਇਹ ਤਾਂ ਬੱਚੇ ਦਾ ਜਨਮ ਹੋਇਆ ਤਾਂ ਹੁਣ ਸੂਤਕ ਪੈ ਗਈ, ਇਹ ਤਾਂ ਅੰਨ ਨਹੀਂ ਛਕਿਆ ਜਾ ਸਕਦਾ। ਤੇ ਬੜੀ ਹੈਰਾਨੀ ਹੋਈ, ਹੁਣ ਕੀ ਕੀਤਾ ਜਾਵੇ। ਇਸ ਤਰ੍ਹਾਂ ਹਦਕ ਵੀ ਸਮਝੀ। ਇਹ ਕਿਸੇ ਕਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੇਨਤੀ ਕਰੋ। ਗੁਰੂ ਸਾਹਿਬ ਨੂੰ ਇੱਥੇ ਬੇਨਤੀ ਕੀਤੀ, ਮਹਾਰਾਜ ਗਏ, ਸਿੱਖ ਸੰਗਤਾਂ ਚਲੀਆਂ ਗਈਆਂ ਤੇ ਉੱਥੇ ਫਿਰ ਗੁਰਬਾਣੀ ਪਾਠ ਹੋਇਆ, ਅਰਦਾਸ, ਮਹਾਰਾਜ ਨੇ ਭੋਗ ਲਾਇਆ, ਲੰਗਰ ਪਾਣੀ ਵਰਤਾਇਆ। ਤਾਂ ਫਿਰ ਉੱਥੇ ਵੀ ਕੁਝ ਬ੍ਰਾਹਮਣ ਵਿਚਾਰ ਕਰਨ ਵਾਸਤੇ ਆਏ। ਕਹਿੰਦੇ ਮਹਾਰਾਜ ਇਹ ਤਾਂ ਵੇਦ ਨੀਤੀ ਦੇ ਵਿਰੁੱਧ ਜਿਹੜਾ ਹੈ, ਮਰਜ਼ਾਦਾ ਦੇ ਤੁਸੀਂ ਉਲਟ ਕੀਤਾ, ਸੂਤਕ ਪਿਆ। ਉੱਥੇ ਵੀ ਫਿਰ ਮਹਾਰਾਜ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਸੀ ਤੇ ਇਹੀ ਉਪਦੇਸ਼ ਉਸ ਸਮੇਂ ਉੱਥੋਂ ਦੇ ਜਿਹੜੇ ਹੈ ਬਟਾਲੇ ਇਲਾਕੇ ਦੀਆਂ ਸੰਗਤਾਂ ਨੂੰ ਦਿੱਤਾ। ਜਦੋਂ ਉਹਨਾਂ ਨੇ ਕਿਹਾ ਮਹਾਰਾਜ ਜਿੱਤੇ ਦੇ ਘਰ ਤਾਂ ਬੱਚੇ ਨੇ ਜਨਮ ਲਿਆ, ਇਹ ਲੰਗਰ ਚ ਆ ਕੇ ਸੇਵਾ ਕਰਨ ਲੱਗ ਗਿਆ, ਸੂਤਕ ਪਿਆ ਹੋਇਆ ਇਹਨਾਂ ਦੇ ਘਰ। ਤਾਂ ਸਤਿਗੁਰੂ ਜੀ ਨੇ ਇਹ ਬਚਨ ਕਹੇ, ਭਾਈ ਇਹ ਜਾਣ ਲਓ। ਸ਼ਲੋਕ ਮਹੱਲਾ ਪਹਿਲਾ। ਆਸਾ ਦੀ ਵਾਰ ਆਪਾਂ ਸੁਣਦੇ ਹਾਂ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਮਹਾਰਾਜ ਕਹਿੰਦੇ ਭਾਈ ਜਿਸ ਤਰ੍ਹਾਂ ਬੱਚਾ ਜਨਮ ਲੈਣ ਦੇ ਨਾਲ ਸੂਤਕ ਮੰਨ ਲਿਆ ਜਾਵੇ ਤਾਂ ਫਿਰ ਸਾਰਿਆਂ ਜਗ੍ਹਾ, ਫਿਰ ਤਾਂ ਸਾਰੀ ਜਗ੍ਹਾ ਕੋਈ ਵਿਹਲੇ ਹੀ ਨਹੀਂ ਹੈ, ਸਭ ਜਗ੍ਹਾ ਸੂਤਕ ਹੀ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕਿਉਂਕਿ ਇਹੀ ਸੀ ਰਸੋਈ ਵਿੱਚ ਅੱਗ ਬਾਲਣਾ, ਗੋਹਾ ਤੇ ਲੱਕੜੀ। ਮਹਾਰਾਜ ਕਹਿੰਦੇ ਗੋਹੇ 'ਚ ਵੀ ਕੀੜੇ, ਲੱਕੜਾਂ 'ਚ ਵੀ ਕੀੜੇ ਆ। ਉੱਥੇ ਹੁਣ ਕਿੰਨੇ ਨੇ ਬੱਚੇ ਵੀ ਉਹਨਾਂ ਦੇ ਹੋਈ ਜਾਂਦੇ, ਵਿੱਚ ਮਰੀ ਵੀ ਜਾਂਦੇ ਹਨ। ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ। ਜਿੰਨੇ ਦਾਣੇ ਨੇ ਅੰਨ ਅਨਾਜ ਹੈ, ਇਹ ਵੀ ਕਹਿੰਦੇ ਜੀ ਤੋਂ ਬਿਨਾਂ ਨਹੀਂ ਹੈ। ਹੁਣ ਇਹ ਵੀ ਤਾਂ ਦੇਖੋ, ਇੱਕ ਤੋਂ ਅੱਗੇ ਦੋ ਹੋ ਗਏ, ਉਹ ਵੀ ਤਾਂ ਜਨਮ ਹੋ ਹੀ ਰਿਹਾ। ਫਿਰ ਤਾਂ ਫਸਲ 'ਚ ਵੀ ਸੂਤਕ ਪਿਆ ਹੋਇਆ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਹੁਣ ਪਹਿਲਾਂ ਪਾਣੀ ਹੈ, ਜੀ ਤੋਂ ਸਾਰਾ ਕੁਝ ਹੀ ਹਰਾ ਭਰਾ ਹੁੰਦਾ, ਇਹ ਵੀ ਜੀਓ ਹੀ ਹੈ। ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ। ਇਹ ਤਾਂ ਫਿਰ ਪਹਿਲਾਂ ਹੀ ਰਸੋਈ 'ਚ ਆ ਗਿਆ ਸੂਤਕ। ਪਹਿਲਾਂ ਕਿਉਂਕਿ ਅੰਨ ਦਾਣਿਆਂ ਤੋਂ ਅਨਾਜ ਬਣ ਗਿਆ ਤੇ ਪਾਣੀ ਨਾਲ ਉਹਨੂੰ ਪਕਾਉਣਾ ਤੇ ਅੱਗ ਬਾਲਣੀ ਹੈ ਗੋਹੇ ਲੱਕੜੀ ਦੀ। ਮਹਾਰਾਜ ਕਹਿੰਦੇ ਫਿਰ ਸੂਤਕ ਕਿਵੇਂ ਤੁਸੀਂ ਰੱਖ ਲਓਗੇ ਪਾਸੇ, ਸੂਤਕ ਤਾਂ ਰਸੋਈ 'ਚ ਪੈ ਗਿਆ। ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਉਂ ਨਹੀਂ ਸੂਤਕ ਉਤਰਦਾ। ਅਸਲ ਵਿੱਚ ਜਦੋਂ ਅੰਦਰ ਰੱਬੀ ਗਿਆਨ ਆ ਗਿਆ ਤਾਂ ਸਮਝੋ ਫਿਰ ਸਾਰਾ ਹੀ ਸੂਤਕ ਧੋ ਦਿੱਤਾ, ਉਤਾਰ ਦਿੱਤਾ। ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਫਿਰ ਸੂਤਕ ਹੁੰਦਾ ਹੀ ਨਹੀਂ? ਮਹਾਰਾਜ ਕਹਿੰਦੇ ਹੁੰਦਾ ਹੈ। ਕਹਿੰਦੇ ਜੀ ਕਿਹੜਾ? ਮਹਾਰਾਜ ਕਹਿੰਦੇ ਉਹ ਦੱਸਦੇ ਹਾਂ ਵੀ ਜਿਹੜਾ ਮਨ ਦਾ ਸੂਤਕ ਆ ਉਹ ਹੈ ਲੋਭ। ਜਿਹਦੇ ਮਨ ਨੂੰ ਲੋਭ ਚੜਿਆ ਸਮਝੋ ਉਹਦੇ ਮਨ ਨੂੰ ਸੂਤਕ ਪਿਆ ਹੋਇਆ। ਜਿਹਵਾ ਸੂਤਕ ਕੂੜ, ਜਿਹੜਾ ਜੀਵ ਨਾਲ ਝੂਠ ਬੋਲਦਾ ਉਹਨੂੰ ਭਾਈ ਇਹ ਸੂਤਕ ਪਿਆ ਹੈ। ਅੱਖੀਂ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ। ਅੱਖਾਂ ਦਾ ਸੂਤਕ ਕੀ ਹੈ? ਮਾਲ ਮੈਲਾ ਵੇਖਣਾ, ਕਿਸੇ ਨੂੰ ਮਲੀਨ ਵਿਸ਼ੇ ਬਕਾਰ ਦੀ ਨਿਗਾਹ ਨਾਲ, ਪਰਤਰਿਆ ਪਰਾਈ ਇਸਤਰੀ, ਪਰਾਏ ਧਨ, ਕਿਸੇ ਪਰਾਏ ਰੂਪ ਨੂੰ ਮਾੜੀ ਸੋਚ ਨਾਲ ਵੇਖਣਾ। ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਖਾਹੇ। ਕੰਨਾਂ ਦਾ ਸੂਤਕ ਹੈ, ਕੰਨਾਂ ਦੇ ਵਿੱਚ ਜਦੋਂ ਇਹ ਲਾਤ ਵਾਰੀਆਂ ਚੁਗਲੀਆਂ ਕਰਦਾ, ਦੇਖੋ ਕਰਨ ਵਾਲਾ ਇੱਕ ਕੋਲੇ ਸੁਣੀ ਜਾਂਦਾ ਹੈ। ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੇ। ਇਸ ਕਰਕੇ ਗੁਰਮੁਖੋ ਨਾ ਚੁਗਲੀ ਨਿੰਦਿਆ ਸੁਣਨੀ ਹੈ। ਕਰਨੀ ਕਿੰਨੀ ਮਾੜੀ ਹੈ, ਸੁਣਨੀ ਵੀ ਮਾੜੀ ਹੈ। ਕਰਨ ਵਾਲਾ ਚੁਗਲੀ ਕੀ ਹੁੰਦੀ ਹੈ? ਗੱਲ ਕਿਸੇ ਦੀ ਲਿਆ ਕੇ ਕਿਸੇ ਨੂੰ ਦੱਸਣੀ। ਇਹ ਤਾਂ ਇਉਂ ਜਾਣੋ ਵੀ ਕਿਸੇ ਨੇ ਖਾ ਕੇ ਤੇ ਦੂਜੇ ਤੇ ਜਾ ਕੇ ਉਲਟੀ ਕਰਤੀ। ਹੁਣ ਕੋਈ ਕਰਾ ਲੂ ਉਲਟੀ? ਕੋਈ ਵੀ ਹੈ? ਜੇ ਕੋਈ ਕਹੇ ਵੀ ਖੜੀ ਮੈਂ ਤੇਰੇ ਤੇ ਉਲਟੀ ਕਰਨੀ ਆ, ਖਾਧਾ ਪੀਤਾ ਵੇ ਮੇਰਾ,
ਤੇ ਕੋਈ ਵੀ ਨਹੀਂ ਕਰਾਉਂਦਾ। ਇਹ ਆ ਜਿਹੜਾ ਕੋਈ ਨਿੰਦਾ ਸੁਣਦਾ ਤੇ ਚੁਗਲੀਆਂ ਸੁਣਦਾ, ਇਹਦਾ ਮਤਲਬ ਉਹ ਆਪ ਸੱਦ ਕੇ ਕਹਿੰਦਾ ਵੀ ਮੇਰੇ ਤੇ ਉਲਟੀ ਕਰ। ਇਹ ਕਿਤਨਾ ਮਾੜਾ ਬਾਤ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਹੰਸਾ ਆਦਮੀ, ਕਹਿੰਦੇ ਦੇਖੋ ਹੰਸ ਵਾਤੇ ਪ੍ਰਾਣੀ ਜਿਹੜਾ ਹੈ ਬੱਧੇ ਜੰਮਪੁਰ ਜਾਹੇ, ਜਮਾਂ ਦੀ ਪੁਰੀ ਨੂੰ ਬੰਨੇ ਫਿਰ ਜਾਂਦੇ ਹਨ। ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ। ਜੋ ਸੂਤਕ ਆ ਮੰਨਿਆ ਜਾ ਰਿਹਾ ਹੈ ਮਹਾਰਾਜ ਕਹਿੰਦੇ ਸਾਰਾ ਭਰਮ ਹੈ ਭਾਈ, ਇਹ ਦੁਐਤ ਵਿੱਚ ਲੱਗਿਆ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਛੱਡ ਕੇ ਹੋਰ ਦੁਐਤ ਵਿੱਚ ਲੱਗ ਗਏ। ਜੰਮਣ ਮਰਣਾ ਹੁਕਮ ਹੈ ਭਾਣੈ ਆਵੈ ਜਾਏ। ਜੰਮਣਾ ਤੇ ਮਰਨਾ, ਕਿਸੇ ਘਰ ਜਨਮ ਬੱਚੇ ਦਾ, ਕਿਸੇ ਘਰ ਮੌਤ, ਇਹ ਤਾਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ। ਉਹਦਾ ਭਾਣਾ ਹੈ, ਉਹਦੇ ਭਾਣੇ ਵਿੱਚ ਜੀਵ ਆਉਂਦਾ, ਉਹਦੇ ਭਾਣੇ ਵਿੱਚ ਜਾਂਦਾ, ਉਹਦੀ ਮਰਜ਼ੀ 'ਚ ਜਾਂਦਾ ਹੈ। ਖਾਣਾ ਪੀਣਾ ਪਵਿੱਤਰ ਹੈ ਦੇਤੋਨ ਰਿਜ਼ਕ ਸੰਬਾਹੇ। ਇਸ ਕਰਕੇ ਚਾਹੇ ਕਿਸੇ ਘਰ ਜਨਮ ਹੋਇਆ, ਚਾਹੇ ਕਿਸੇ ਘਰ ਮੌਤ ਹੋਈ ਹੈ, ਕੋਈ ਖਾਣ ਦਾ, ਕੁਛ ਉਸ ਘਰੋਂ ਛਕਣ ਦਾ, ਕੁਝ ਵੀ ਜਲ ਪਾਣੀ ਪੀਣ ਦਾ ਕੋਈ ਵਹਿਮ ਨਹੀਂ ਕਰਨਾ ਹੈ। ਉਹ ਭਾਈ ਜੋ ਖਾਣਾ ਪੀਣਾ ਹੈ ਉਹ ਪਵਿੱਤਰ ਹੀ ਹੈ, ਕਿਉਂਕਿ ਪਰਮੇਸ਼ਰ ਨੇ ਹੀ ਸਭ ਕੋਈ ਦੇਤੋਨ ਰਿਜ਼ਕ ਸੰਭਾਹੇ। ਸਾਰਿਆਂ ਨੂੰ ਰਿਜ਼ਕ ਪਰਮੇਸ਼ਰ ਨੇ ਦਿੱਤਾ ਹੈ। ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੀ। ਗੁਰੂ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੇ ਮੁਖ ਤੋਂ ਇਹ ਸਮਝ ਲਿਆ, ਬੁੱਝ ਲਿਆ, ਉਪਦੇਸ਼ ਗਿਆਨ ਬਿਆਨ ਹੋ ਗਏ, ਉਹਨਾਂ ਨੂੰ ਕੋਈ ਸੂਤਕ ਨਹੀਂ ਹੈ। ਚੌਪਈ ਸੁਨ ਕਰ ਅਸ ਸਤਿਗੁਰ ਕੀ ਬਾਣੀ। ਇਸ ਤਰ੍ਹਾਂ ਸਤਿਗੁਰੂ ਦੀ ਬਾਣੀ ਸੁਣ ਕੇ ਨਸਿਓ ਭਰਮ ਸਭ ਕਾ ਜੋ ਠਾਨੀ। ਜੋ ਭਾਈ ਸਾਰਿਆਂ ਦੇ ਅੰਦਰ ਭਰਮ ਸੀ ਠਾਣਿਆ ਹੋਇਆ, ਭਾਵ ਪ੍ਰਪੱਕ ਕੀਤਾ, ਉਹ ਨਸ ਗਿਆ, ਦੂਰ ਹੋ ਗਿਆ। ਨਮੋ ਕੀਨ ਗੁਰ ਚਰਨ ਬਹੋਰੀ। ਫਿਰ ਉਹਨਾਂ ਸਾਰਿਆਂ ਨੇ ਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ। ਛਕ ਪ੍ਰਸਾਦ ਚਿੰਤਾ ਸਭ ਛੋਰੀ। ਫਿਰ ਕੋਈ ਵਹਿਮ ਨਹੀਂ ਕੀਤਾ। ਜੋ ਭਾਈ ਜਿੱਤਾ ਰੰਧਾਵਾ ਨੇ ਲੰਗਰ ਪਾਣੀ ਬਣਾਇਆ ਸੀ ਉਹ ਸਾਰਿਆਂ ਨੇ ਭਾਈ ਛਕਿਆ, ਸਭ ਚਿੰਤਾ ਛੱਡ ਦਿੱਤੀਆਂ। ਬੈਠ ਗੁਰ ਧਰਮਸਾਰ ਬੈਠਤ ਗੁਰ ਧਰਮਸਾਰ ਮਝਾਰੀ। ਗੁਰੂ ਪਾਤਸ਼ਾਹ ਜੀ ਧਰਮਸਾਲ ਵਿੱਚ ਬੈਠਦੇ, ਸੰਗਤ ਆਵੇ ਕਰਹਿ ਜੁਹਾਰੀ। ਸੰਗਤਾਂ ਆਉਂਦੀਆਂ ਨਮਸਕਾਰ ਕਰਦੀਆਂ ਹਨ। ਕਰਹਿ ਕਾਮਨਾ ਹਿਰਦੈ ਜੋਈ। ਜੋ ਵੀ ਕੋਈ ਭਾਈ ਮਨ ਹਿਰਦੇ ਤੋਂ ਕਾਮਨਾ ਕਰਦਾ ਹੈ, ਪੂਰਨ ਹੋਏ ਸਰਬ ਕੀ ਸੋਈ, ਉਹ ਸਾਰਿਆਂ ਦੀ ਪੂਰਨ ਹੋ ਜਾਂਦੀ ਹੈ। ਜੁਗਲ ਕਾਲ ਭਲ ਬਨੈ ਆਹਾਰਾ। ਦੋ ਵੇਲੇ ਭਾਈ ਭਲੀ ਪ੍ਰਕਾਰ ਲੰਗਰ ਪਾਣੀ ਬਣਦਾ ਹੈ। ਅਚ ਵਹਿ ਰਾਉ ਸੋ ਰੰਕ ਅਪਾਰਾ। ਭਾਵੇਂ ਕੋਈ ਰਾਜਾ, ਭਾਵੇਂ ਕੋਈ ਰੰਕ ਕੰਗਾਲ ਹੈ, ਬੇਅੰਤ ਸੰਗਤਾਂ ਸਭ ਇੱਕ ਜਗ੍ਹਾ ਛਕਦੇ ਹਨ। ਸੁਨ ਸੁਨ ਸਿਫਤ ਆਏ ਨਰ ਤੂਰੰ। ਭਾਈ ਜਿਹੜੇ ਲੋਕ ਨੇ ਇਹ ਸਿਫਤਾਂ ਸੁਣ ਸੁਣ ਕੇ ਬੇਅੰਤ ਮਹਾਰਾਜ ਕੋਲੇ ਆਉਂਦੇ ਐ। ਦਰਸ਼ਨ ਦੇਖਤ ਰਹਿ ਹਜੂਰੰ। ਦਰਸ਼ਨ ਕਰਦੇ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਹਨ। ਉਪਦੇਸ਼ਨ ਸਤ ਮਾਰਗ ਕਰੈ। ਤੇ ਇਉਂ ਉਪਦੇਸ਼ਨ ਸਤ ਦੇ ਮਾਰਗ ਤੇ ਚੱਲਣ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ। ਜਨਮ ਮਰਨ ਤਿਨ ਕੇ ਪਰ ਹਰੈ। ਤੇ ਸਤਿਗੁਰੂ ਉਪਦੇਸ਼ ਕਰਦੇ, ਜਿਹੜਾ ਕੋਈ ਮਹਾਰਾਜ ਦੇ ਦਰ ਦਾ ਉਪਦੇਸ਼ ਸੁਣਦਾ ਹੈ, ਮਹਾਰਾਜ ਉਹਦਾ ਜਨਮ ਮਰਨ ਜੋ ਹੈ ਤਿਨ ਕੇ ਪਰ ਹਰੈ, ਉਹ ਕੱਟ ਦਿੰਦੇ ਨੇ, ਜਨਮ ਮਰਨ ਦੂਰ ਕਰ ਦਿੰਦੇ ਹਨ। ਕੇਤਕ ਦਿਨ ਇਉਂ ਗੁਰੂ ਗੁਜ਼ਾਰੇ। ਇਉਂ ਕਿੰਨੇ ਦਿਨ ਭਾਈ ਫਿਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਤੀਤ ਕੀਤੇ। ਕਲ ਮਹਿ ਨਾਮ ਦੇਹ ਨਰ ਤਾਰੇ। ਤੇ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਬਖਸ਼ਿਸ਼ ਕਰਕੇ ਦੇ ਕਰਕੇ ਬੇਅੰਤ ਲੋਕਾਂ ਨੂੰ ਸਤਿਗੁਰਾਂ ਤਾਰਿਆ। ਦਰਸ਼ਨ ਦੇਖਤ ਸ਼ਬਦ ਸੁਨੰਤੇ।
ਇਹ ਦੇਖੋ ਮਰਜ਼ਾਦਾ ਸੀ ਉੱਥੋਂ ਦੀ। ਆਉਂਦੇ ਨੇ ਮਾਈ ਭਾਈ, ਕੋਈ ਗੁਰਮੁਖੋ ਮਹਾਰਾਜ ਦੇ ਦਰਸ਼ਨ ਕਰਦਾ, ਕੋਈ 1-2 ਦਿਨ ਰਹਿ ਕੇ ਸੇਵਾ ਕਰਕੇ, ਕੋਈ 10-20 ਦਿਨ, ਕੋਈ ਮਹੀਨਾ, 6-6 ਮਹੀਨੇ ਵੀ ਜਿਹੜੇ ਗੁਰਸਿੱਖ ਹੈ। ਪੁਰਾਤਨ ਸਮਿਆਂ ਵਿੱਚ ਇਹ ਮਰਜ਼ਾਦਾ ਰਹੀ। ਉਹਨਾਂ ਆਉਣਾ, ਨਾਲੇ ਸੇਵਾ ਕਰਨੀ, ਨਾਲੇ ਸਾਸੰਗ ਕਰਨੀ, ਨਾਮ ਸਿਮਰਨ ਕਰਨਾ ਤੇ ਅਭਿਆਸ ਕਰਨਾ, ਫਿਰ ਘਰਾਂ ਨੂੰ ਚਲੇ ਜਾਣਾ। ਉਦੋਂ ਸਮੇਂ ਹੁੰਦੇ ਸੀ, ਪਰਿਵਾਰ ਸੰਯੁਕਤ ਸਨ, ਵਿੱਚੋਂ ਕਿਸੇ ਨਾ ਕਿਸੇ ਨੇ ਆ ਜਾਣਾ ਵੀ ਲੈ ਭਾਈ ਹੁਣ ਮੈਂ ਜਾਣਾ, ਮੈਂ 2 ਮਹੀਨੇ ਮਹੀਨਾ ਮਹਾਰਾਜ ਕੋਲੇ ਲਾ ਕੇ ਆਉਣਾ, ਫਿਰ ਭਾਈ ਜਦੋਂ ਆ ਗਏ ਮੈਂ ਕੰਮਕਾਰ ਸਾਂਭ ਲਵਾਂਗਾ, ਫਿਰ ਕੋਈ ਹੋਰ ਪ੍ਰਾਣੀ ਚਲਿਆ ਜਾਂਦਾ ਸੀ। ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਸੀ ਹੁੰਦੀਆਂ। ਕੁਝ ਕਿੱਤੇ ਹੁੰਦੇ ਸੀ ਜਿਹੜੇ ਜਿਵੇਂ 2, 4, 5, 7 ਮਹੀਨੇ ਕੋਈ ਕਿੱਤਾ ਚੱਲਦਾ, ਉਦੋਂ ਬਾਅਦ ਵੇਹਲ ਹੁੰਦੀ ਸੀ ਤੇ ਉਹ ਫਿਰ ਉਹਨਾਂ ਸਮਿਆਂ ਵਿੱਚ ਆ ਕੇ, ਇਸੇ ਕਰਕੇ ਜਿਵੇਂ ਮਾਘ ਦਾ ਮਹੀਨਾ, ਕੋਈ ਇਸੇ ਲਗਭਗ ਦੁਨੀਆ ਵਿਹਲੀ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ। ਪੁਰਾਤਨ ਸਮੇਂ ਠੰਡ ਬਹੁਤੀ ਹੋਣੀ, ਕੰਮ ਕਰਨ ਵੀ ਭਾਈ ਹੁਣ ਇਹ ਸਮਾਂ ਜਿਹੜਾ ਫਿਰ ਇਉਂ ਕਰੋ, ਰਾਤਾਂ ਵੱਡੀਆਂ ਨੇ, ਇਸ ਕਰਕੇ ਸਵੇਰੇ ਸਵਖਤੇ ਉੱਠੋ, ਇਸ਼ਨਾਨ ਕਰਕੇ ਭਜਨ ਬੰਦਗੀ ਕਰੋ। ਸਮਾਂ ਜਿਹੜਾ ਹੈ ਅਨੁਕੂਲ ਹੋ ਜਾਂਦਾ, ਜਿਵੇਂ ਅੰਮ੍ਰਿਤ ਵੇਲਾ ਹੈ। ਇਹ ਸਮਾਂ ਵੀ ਸੁਰਤੀ ਨੂੰ ਜਿਹੜਾ ਹੈ ਸਮੇਂ ਦੇ ਨਾਲ ਜੁੜਦੀ ਹੈ। ਮੌਸਮ ਸਮਾਂ ਅਨੁਕੂਲ ਹੋਵੇ, ਸੁਰਤੀ ਬਿਰਤੀ ਵੱਧ ਪਰਮੇਸ਼ਰ ਵਿੱਚ ਜੁੜਦੀ ਹੈ। ਇਸੇ ਕਰਕੇ ਜਿਹੜਾ ਸਮਾਂ ਸਹਾਈ ਬਣ ਜਾਂਦਾ ਹੈ। ਤੇ ਮਹਾਰਾਜ ਕਿਰਪਾ ਕਰਦੇ ਨੇ, ਬੇਅੰਤ ਦੁਨੀਆ ਆਉਂਦੀ ਹੈ, ਦਰਸ਼ਨ ਦੇਖਤ ਸ਼ਬਦ ਸੁਨੰਤੇ। ਮਹਾਰਾਜ ਦੇ ਦਰਸ਼ਨ ਕਰਦੇ ਆ, ਗੁਰੂ ਦਾ ਸ਼ਬਦ ਉਪਦੇਸ਼ ਸੁਣਦੇ ਹਨ। ਗੁਰ ਉਪਦੇਸ਼ ਸੂਰੇ ਦੇ ਧਰਮ ਤੇ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਦੇ ਹਨ। ਮਹਾਪਤਤ ਗੁਰ ਜਗ ਮਹਿ ਤਾਰੇ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਮਹਾਪਤਤ, ਵੱਡੇ ਤੋਂ ਵੱਡੇ ਮਹਾਪਤਤ, ਮਹਾਪਾਪੀਆਂ ਨੂੰ ਵੀ ਜਗਤ ਵਿੱਚ ਤਾਰ ਦਿੱਤਾ। ਕਬ ਸਤਿਗੁਰ ਚਰਨਨ ਬਲਿਹਾਰੇ। ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ, ਭਾਈ ਮੈਂ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਪ੍ਰਥਮ ਮਹੱਲੇ, ਪਹਿਲੇ ਮਹੱਲੇ ਭਾਵ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤਪ ਕਰਨ ਪ੍ਰਸੰਗ ਵਰਣਨ, ਜੋ ਮਹਾਰਾਜ ਨੇ ਇਉਂ ਬੈਠ ਕੇ ਤਪ ਕਰਨਾ, ਇਹ ਪ੍ਰਸੰਗ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਭਾਈ ਲਹਿਣਾ ਜੀ ਨੂੰ ਸਾਰਾ ਕੁਝ ਤੇ ਕਿਵੇਂ ਸੂਤਕ ਦੇ ਅਰਥਾਂ ਉਪਦੇਸ਼ ਦਿੱਤਾ, ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਅਸ਼ਟ ਸਾਠਵਾਂ ਮੰਦਰ ਹੈ। ਇਹ ਭਾਈ ਅਸ਼ਟ ਸਾਠਵਾਂ, ਇਹ ਭਾਵ ਜਿਹੜਾ ਹੈ 60ਵਾਂ ਜਿਹੜਾ ਘਰ ਹੈ, ਨਾਮ ਅਸ਼ਟ ਸਾਠਵਾਂ। ਇਹ ਮੰਦਰ ਇੱਥੇ ਭਾਵ 60ਵੇਂ ਘਰ ਦਾ ਜੋ ਪ੍ਰਸੰਗ ਹੈ ਉਹ ਕਿਹਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।